ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਕੀ ਵਾਰ ਮਹੱਲਾ ਤੀਜਾ। ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨ ਗਾਉਣੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੀ। ਗੁਰ ਕੈ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ। ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੀ। ਗੁਰ ਕੈ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰਨ ਵਾਸਤੇ ਅਤੇ ਸਤਿਗੁਰੂ ਜੀ ਦੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਉੱਥੇ ਸਮੁੱਚੀ ਲੋਕਾਈ ਦੇ ਵਾਸਤੇ ਸਾਂਝਾ ਉਪਦੇਸ਼ ਸ਼੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ਼੍ਰੀ ਮੁਖ ਵਾਕ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ,
ਆਓ ਕੁਝ ਕੋ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਕੀ ਵਾਰ ਮਹੱਲਾ ਤੀਜਾ। ਗੋਜਰੀ ਰਾਗ ਦਾ ਨਾਮ ਹੈ। ਇਸ ਗੋਜਰੀ ਦੇ ਅੰਦਰ ਵਾਰ ਦਾ ਅਰਥ ਹੈ ਜਸ, ਵਾਰ ਦਾ ਅਰਥ ਹੈ ਪੌੜੀਆਂ। ਜਿਹੜੀਆਂ ਇਹ ਪੌੜੀਆਂ ਹਨ, ਇਹ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਨੇ। ਵਾਰ ਦਾ ਅਰਥ ਪੌੜੀ ਹੈ, ਵਾਰ ਦਾ ਅਰਥ ਜਸ ਹੈ, ਕਿਉਂਕਿ ਸ਼ਲੋਕ ਤੇ ਮਹੱਲੇ ਵੱਖੋ ਵੱਖਰੇ ਸਤਿਗੁਰੂ ਸਹਿਬਾਨਾਂ ਦੇ ਹੋ ਸਕਦੇ ਨੇ, ਤੇ ਪਰੰਤੂ ਜਿਹੜੀਆਂ ਇਹ ਵਾਰ ਪੌੜੀਆਂ ਇਹ ਸਾਰੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਗੋਜਰੀ ਦੀ ਵਾਰ ਅੰਦਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਕਰਦੇ ਹਨ। ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ। ਇਹ ਜਿਹੜਾ ਹੈਡਿੰਗ ਲਿਖਿਆ ਹੈ ਇਸ ਦੇ ਨਾਲ ਇਹ ਸਾਧ ਸੰਗਤ ਸਿਕੰਦਰ ਅਤੇ ਬ੍ਰਾਹਮ ਦੋ ਇਲਾਕੇ ਦੇ ਰਾਜੇ ਹੋਏ ਨੇ। ਜਿਹੜਾ ਸਿਕੰਦਰ ਸੀ ਇਹ ਧਰਮਾਤਮਾ ਸੀ ਤੇ ਪ੍ਰਜਾ ਦੀ ਸੇਵਾ ਕਰਦਾ ਸੀ, ਦੈਵੀ ਗੁਣ ਚੰਗੇ ਗੁਣਾਂ ਦਾ ਮਾਲਕ ਮੰਨਿਆ ਗਿਆ। ਜਿਹੜਾ ਬਿਰਾਹਮ ਸੀ ਇਹਦਾ ਜੀਵਨ ਵਿਗੜਿਆ ਹੋਇਆ ਸੀ, ਵਿਕਾਰਾਂ ਵਿਸ਼ਿਆਂ ਵਿੱਚ ਗਲਤਾਨ ਸੀ ਤੇ ਪ੍ਰਜਾ ਨੂੰ ਦੁੱਖ ਦੇਣ ਵਾਲਾ ਸੀ। ਸਿਕੰਦਰ ਵੀ ਤੇ ਬ੍ਰਾਹਮ ਵੀ ਦੋਵੇਂ ਜਾ ਕੇ ਬਾਦਸ਼ਾਹ ਦੇ ਕੋਲ ਇਹ ਟੈਕਸ ਭਰਦੇ ਸਨ। ਤੇ ਸਾਧ ਸੰਗਤ ਜੀ ਜਿਹੜਾ ਇਹ ਬ੍ਰਾਹਮ ਸੀ ਇਹਦਾ ਜੀਵਨ ਇੰਨਾ ਕੋ ਗਿਰ ਚੁੱਕਿਆ ਸੀ ਕਿ ਜਦੋਂ ਕਿਸੇ ਦੇ ਇਲਾਕੇ ਵਿੱਚ ਪੁੱਤਰ ਦੀ ਸ਼ਾਦੀ ਹੁੰਦੀ ਤੇ ਉਸ ਦੀ ਪਤਨੀ ਨੂੰ ਪਹਿਲਾਂ ਇਸ ਦੇ ਪਾਸ ਭੇਜਿਆ ਜਾਂਦਾ ਸੀ। ਜੇ ਕੋਈ ਨਹੀਂ ਭੇਜਦਾ ਸੀ ਤੇ ਢਿੰਗੋ ਜੋਰੀ ਧੱਕੇਸ਼ਾਹੀ ਨਾਲ ਉਹਨਾਂ ਦੀ ਪਤਨੀ ਨੂੰ ਚੁੱਕ ਲਿਆਂਦਾ ਸੀ। ਬੜੀ ਪ੍ਰਜਾ ਇਸ ਦੇ ਪਾਸੋਂ ਦੁਖੀ ਸੀ। ਇੱਕ ਬ੍ਰਾਹਮਣ ਨੇ ਆਪਣੇ ਪੁੱਤਰ ਦੀ ਸ਼ਾਦੀ ਕੀਤੀ ਤੇ ਜਦੋਂ ਵਿਆਹ ਕਰਕੇ ਵਾਪਸ ਆ ਰਿਹਾ ਸੀ ਡੋਲਾ ਲੈ ਕੇ, ਉਹਨੇ ਸੋਚਿਆ ਕਿ ਇਸ ਬ੍ਰਾਹਮ ਨੇ ਮੇਰੀ ਨੂੰਹ ਨੂੰ ਆਪਣੇ ਪਾਸ ਬੁਲਾ ਲੈਣਾ, ਇੱਜ਼ਤ ਜਾਂਦੀ ਰਹੇਗੀ। ਕਿਉਂ ਨਾ ਹੋਵੇ ਜਿਹੜਾ ਸਿਕੰਦਰ ਧਰਮਾਤਮਾ ਹੈ ਮੈਂ ਉਹਦੀ ਸ਼ਰਨ ਜਾ ਕੇ ਲੈ ਲਵਾਂ। ਉਸ ਬ੍ਰਾਹਮਣ ਨੇ ਜਾ ਕੇ ਸਿਕੰਦਰ ਇਸ ਰਾਜੇ ਦੀ ਸ਼ਰਨ ਤੱਕੀ, ਜਾ ਕੇ ਫਰਿਆਦ ਕੀਤੀ ਮੇਰੀ ਰਾਖੀ ਕਰੋ। ਮੇਰਾ ਜਿਹੜਾ ਰਾਜਾ ਹੈ ਬ੍ਰਾਹਮ ਅਤਿਆਚਾਰੀ ਜ਼ੁਲਮੀ ਹੈ, ਬਕਾਰੀ ਹੈ। ਤਾਂ ਉਸ ਵੇਲੇ ਸਿਕੰਦਰ ਨੇ ਉਸ ਦੀ ਨੂੰਹ ਤੇ ਪੁੱਤਰ ਨੂੰ ਆਪਣੇ ਪਾਸ ਰੱਖਿਆ, ਕਹਿਣਾ ਕੀਤਾ ਕਿ ਬ੍ਰਾਹਮ ਦੇ ਨਾਲ ਮੈਂ ਆਪੇ ਸਮਝ ਲਵਾਂਗਾ। ਇਹ ਜਿਹੜਾ ਬ੍ਰਾਹਮ ਸੀ ਸਾਧ ਸੰਗਤ ਇਹਨੇ ਚਿੱਠੀ ਪਾ ਦਿੱਤੀ ਸਿਕੰਦਰ ਨੂੰ ਕਿ ਮੇਰੇ ਪਾਸ ਉਸ ਦੀ ਨੂੰਹ ਨੂੰ ਭੇਜਿਆ ਜਾਵੇ। ਤੇ ਸਿਕੰਦਰ ਨੇ ਕਹਿ ਦਿੱਤਾ ਕਿ ਮੇਰੀ ਸ਼ਰਨ ਲਈ ਇਹਨਾਂ ਨੇ ਆ ਕਰਕੇ, ਮੇਰਾ ਫਰਜ਼ ਬਣਦਾ ਇਹਨਾਂ ਦਾ ਧਰਮ ਰੱਖਣਾ, ਇਹਨਾਂ ਦੀ ਪੱਤ ਇੱਜ਼ਤ ਬਚਾਉਣੀ। ਜਿਹੜਾ ਬੰਦਾ ਸ਼ਰਨ ਵਿੱਚ ਆ ਕੇ ਪੈ ਜਾਵੇ, ਕਹਿ ਦਿੱਤਾ ਐਸਾ ਕਦਾਚਿਤ ਨਹੀਂ ਹੋਵੇਗਾ। ਤੇ ਬ੍ਰਾਹਮ ਜਿਹੜਾ ਬਕਾਰੀ ਬੰਦਾ ਸੀ ਤੇ ਇਹਨੇ ਕੀ ਕੀਤਾ, ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ ਸਿਕੰਦਰ ਦੇ ਉੱਪਰ। ਤੇ ਜਦੋਂ ਮੈਦਾਨੇ ਜੰਗ ਦੇ ਵਿੱਚ ਦੋਹਾਂ ਦਾ ਜੰਗ ਸ਼ੁਰੂ ਹੋਇਆ, ਲੋਹੇ ਤੇ ਲੋਹਾ ਵੱਜਿਆ ਤੇ ਧਰਮੀ ਜਿਹੜਾ ਸਿਕੰਦਰ ਸੀ ਇਹਦੀ ਜਿੱਤ ਹੋ ਗਈ। ਇਹਨੇ ਬ੍ਰਾਹਮ ਦੀ ਸੈਨਾ ਨੂੰ ਵੱਢ ਟੁੱਕ ਕਰਕੇ ਖਤਮ ਕਰ ਦਿੱਤਾ। ਬੜਾ ਕਤਲੇਆਮ ਹੋਇਆ ਤੇ ਬ੍ਰਾਹਮ ਜਿਉਂਦੇ ਨੂੰ ਪਕੜ ਕਰਕੇ ਸੰਗਲਾਂ ਨਾਲ ਬੰਨ੍ਹ ਕਰਕੇ ਨੇ ਕੈਦੀ ਕਰ ਲਿਆ। ਜਦੋਂ ਕਈ ਦਿਨਾਂ ਤੱਕ ਇਹਨੂੰ ਭੁੱਖਣ ਭਾਣੇ ਰੱਖਿਆ, ਨਾ ਅੰਨ ਨਾ ਜਲ ਦਿੱਤਾ ਪੀਣ ਵਾਸਤੇ। ਤੇ ਇਹਦੀ ਜਦੋਂ ਮੱਤ ਫਿਰ ਅਕਲ ਟਿਕਾਣੇ ਤੇ ਆਈ, ਫਿਰ ਇੱਕ ਉਪਦੇਸ਼ ਦੇਣ ਵਾਲਾ ਧਰਮਾਤਮਾ ਬੰਦਾ ਬ੍ਰਾਹਮ ਦੇ ਕੋਲ ਭੇਜਿਆ ਵੀ ਹੁਣ ਰਾਜੇ ਦੀ ਜਿਹੜੀ ਅਕਲ ਟਿਕਾਣੇ ਤੇ ਆਈ, ਹੁਣ ਇਹਨੂੰ ਉਪਦੇਸ਼ ਦੇ ਜਾ ਕਰਕੇ। ਉਸ ਉਪਦੇਸ਼ ਦੇਣ ਵਾਲੇ ਨੇ ਭਗਤੀ, ਸੇਵਾ, ਸਿਮਰਨ, ਜਪ ਤਪ, ਕਮਾਈ ਕਰਨ ਦਾ ਜਦੋਂ ਉਪਦੇਸ਼ ਦਿੱਤਾ ਤਾਂ ਇਹਦੇ ਮਨ ਦੇ ਅੰਦਰ ਉਪਦੇਸ਼ ਵਸ ਗਿਆ।
ਫਿਰ ਸਾਧ ਸੰਗ ਤੇ ਬ੍ਰਾਹਮ ਜਿਹੜਾ ਸੀ ਉਪਦੇਸ਼ ਲੈ ਕੇ ਕਮਾਉਣ ਲੱਗਿਆ, ਇਹ ਵੀ ਧਰਮਾਤਮਾ ਬਣ ਗਿਆ। ਜਦੋਂ ਫਿਰ ਸਿਕੰਦਰ ਦੀ ਆ ਕੇ ਈਨ ਮੰਨ ਲਈ, ਸ਼ਰਨ ਵਿੱਚ ਡਿੱਗ ਪਿਆ, ਤੇ ਸਿਕੰਦਰ ਇਸ ਰਾਜੇ ਨੇ ਵੇਖਿਆ ਵੀ ਇਹਦਾ ਹੰਕਾਰ ਹੁਣ ਟੁੱਟ ਗਿਆ ਹੈ, ਇਹ ਵੀ ਪਰਮਾਤਮਾ ਦੇ ਭਾਉ ਭਗਤੀ ਦੇ ਰਸਤੇ ਤੇ ਤੁਰਨ ਲੱਗ ਪਿਆ, ਤੇ ਜਿੰਨਾ ਰਾਜ ਭਾਗ ਖੋਇਆ ਸੀ, ਜਿੰਨੀ ਸੈਨਾ ਉਹਦੀ ਆਪਣੇ ਕਬਜ਼ੇ ਵਿੱਚ ਕੀਤੀ ਸੀ, ਸਾਰਾ ਕੁਝ ਵਾਪਸ ਕਰ ਦਿੱਤਾ। ਇਸ ਲਈ ਸਿਕੰਦਰ ਜਿਹੜਾ ਧਰਮਾਤਮਾ ਰਾਜਾ ਸੀ, ਤੇ ਉਹਨੇ ਬ੍ਰਾਹਮ ਨੂੰ ਵੀ ਧਰਮਾਤਮਾ ਬਣਾ ਦਿੱਤਾ। ਇਹ ਜਦੋਂ ਇਸ ਸਿਕੰਦਰ ਤੇ ਬ੍ਰਾਹਮ ਦੀ ਜਿਹੜੀ ਵਾਰ ਸੀ, ਇਹ ਢਾਡੀ ਅਬਦੁੱਲੇ ਤੇ ਨੱਥੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ, ਸ੍ਰੀ ਅਕਾਲ ਤਖਤ ਦੇ ਸਾਹਮਣੇ ਸੁਣਾਈ। ਕਿਉਂਕਿ ਜਿੰਨੀਆਂ ਧੁਨਾਂ ਨੇ ਵਾਰਾਂ ਦੇ ਅੰਦਰ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਜ ਕਰਵਾਈਆਂ ਗੁਰਬਾਣੀ ਵਿੱਚ। ਜਦੋਂ ਨੱਥੇ ਤੇ ਅਬਦੁੱਲੇ ਢਾਡੀ ਨੇ ਇਹ ਵਾਰ ਗਾਈ ਹੈ ਸਿਕੰਦਰ ਤੇ ਬ੍ਰਾਹਮ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਪ੍ਰਸੰਨ ਹੋਏ ਕਿ ਦੇਖੋ, ਇੱਕ ਧਰਮਾਤਮਾ ਬੰਦਾ ਵਿਗੜੇ ਹੋਏ ਦੇ ਜੀਵਨ ਨੂੰ ਸਵਾਰ ਕੇ ਧਰਮਾਤਮਾ ਬਣਾ ਸਕਦਾ ਹੈ। ਧਰਮੀ ਰਾਜਾ ਹੋਵੇ ਤੇ ਸਿਕੰਦਰ ਵਰਗਾ ਹੋਣਾ ਚਾਹੀਦਾ। ਸਤਿਗੁਰਾਂ ਨੇ ਉਸੇ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿ ਦਿੱਤਾ, ਭਾਈ ਗੁਰਦਾਸ ਸਾਹਿਬ ਜੀ, ਇਹ ਜਿਹੜੀ ਗੋਜਰੀ ਦੀ ਵਾਰ ਹੈ, ਇਹ ਸਿਕੰਦਰ ਤੇ ਬ੍ਰਾਹਮ ਦੀ ਵਾਰ ਦੀ ਧੁਨੀ ਦੇ ਉੱਤੇ ਗਾਉਣੀ, ਇਹ ਦਰਜ ਕਰ ਦਿਓ। ਇਹ ਜਿਹੜੇ ਅਕਸ਼ਰ ਹਨ, ਸਿਕੰਦਰ ਬ੍ਰਾਹਮ ਕੀ ਵਾਰ ਕੀ ਧੁਨੀ ਗਾਉਣੀ, ਇਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਜ ਕਰਵਾਏ। ਇਸ ਲਈ ਸਾਧ ਸੰਗਤ ਜੀ, ਇਹ ਜਿਹੜੀ ਵਾਰ ਹੈ, ਸਿਕੰਦਰ ਕੀ ਹੈ ਤੇ ਬ੍ਰਾਹਮ ਕੀ ਹੈ, ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬਾਹਰਲੇ ਪ੍ਰਮਾਣ ਦਿੱਤੇ ਨੇ। ਸਾਰੀ ਗੁਰਬਾਣੀ ਅੰਤਰੀਬ ਗਿਆਨ ਦਿੰਦੀ ਹੈ। ਸਿਕੰਦਰ ਹੈ ਵਿਵੇਕ ਰੂਪੀ ਰਾਜਾ। ਵਿਵੇਕ ਦਾ ਅਰਥ ਹੁੰਦਾ ਬਿਬ ਏਕ, ਦੋ ਤੋਂ ਇੱਕ ਕਰਨ ਵਾਲਾ। ਜੀਵ ਈਸ਼ ਦੀ ਏਕਤਾ ਦਾ ਜਿਹੜਾ ਗਿਆਨ ਹੈ, ਉਹ ਸਿਕੰਦਰ ਹੈ। ਤੇ ਬ੍ਰਾਹਮ ਜਿਹੜਾ ਬਕਾਰੀ ਸੀ, ਉਹ ਕੀ ਹੈ? ਉਹ ਮੋਹ ਰੂਪੀ ਰਾਜਾ ਹੈ। ਕਿਉਂਕਿ ਸਾਡੇ ਸਰੀਰ ਦੇ ਅੰਦਰ ਇੱਕ ਪਾਸੇ ਮੋਹ ਰੂਪੀ ਰਾਜਾ ਤੇ ਇੱਕ ਪਾਸੇ ਵਿਵੇਕ ਰੂਪੀ ਰਾਜਾ, ਇਹਨਾਂ ਦਾ ਜੰਗ ਸਦਾ ਹੀ ਚੱਲਦਾ ਰਹਿੰਦਾ। ਵਿਵੇਕ ਦੀ ਜਿਹੜੀ ਸੈਨਾ ਹੈ ਗਿਆਨ ਵਾਲੇ ਰਾਜੇ ਦੀ, ਉਹ ਹੈ ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਕਰਨਾ, ਮੁਦਤਾ, ਪੇਖਿਆ, ਮੈਤਰਤਾ। ਜਿਹੜੇ ਚੰਗੇ ਗੁਣ, ਇਹ ਉਹਦੀ ਸੈਨਾ ਹੈ। ਜਿਹੜਾ ਸਾਡੇ ਅੰਦਰ ਮੋਹ ਰੂਪੀ ਬਕਾਰੀ ਐਸਾ ਰਾਜਾ ਹੈ, ਇਹਦੀ ਸੈਨਾ ਕਿਹੜੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ, ਰੂਪ, ਰਸ, ਗੰਧ, ਈਰਖਾ, ਨਿੰਦਾ, ਚੁਗਲੀ, ਬਖੀਲੀ। ਇਹ ਜਿਹੜੀ ਮੋਹ ਰੂਪੀ ਰਾਜੇ ਦੀ ਸੈਨਾ ਹੈ। ਜਦੋਂ ਦੋਵਾਂ ਦਾ ਜੰਗ ਚੱਲਦਾ, ਇੱਕ ਪਾਸੇ ਮੋਹ ਰਾਜਾ, ਇਹਦੀ ਹਾਰ ਹੋ ਜਾਂਦੀ ਹੈ, ਵਿਵੇਕ ਰੂਪੀ ਰਾਜੇ ਦੀ ਜਿੱਤ ਹੁੰਦੀ ਹੈ। ਇਸ ਲਈ ਇੱਥੇ ਸਤਿਗੁਰੂ ਜੀ ਨੇ ਸਿਕੰਦਰ ਜਿਹੜਾ ਧਰਮਾਤਮਾ, ਬ੍ਰਾਹਮ ਜਿਹੜਾ ਵਿਕਾਰੀ ਰਾਜਾ ਸੀ, ਇਹਨਾਂ ਦਾ ਆਪਸ ਵਿੱਚ ਜੰਗ ਹੋਇਆ। ਸਿਕੰਦਰ ਦੀ ਜਿੱਤ ਹੋਈ ਤੇ ਦੂਸਰੇ ਦੀ ਹਾਰ ਹੋਈ। ਇਹ ਵਾਰ ਜਦੋਂ ਢਾਡੀਆਂ ਨੇ ਗਾਈ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਗੁਰਦਾਸ ਸਾਹਿਬ ਜੀ, ਜਿਹੜੀ ਇਹ ਪਾਵਨ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ, ਗੋਜਰੀ ਦੀ ਵਾਰ, ਤੇ ਇਸ ਨੂੰ ਤੁਸੀਂ ਸਿਕੰਦਰ ਬ੍ਰਾਹਮ ਦੀ ਵਾਰ ਦੀ ਧੁਨੀ ਦੇ ਨਾਲ ਗਾਉਣਾ, ਇਹ ਦਰਜ ਕਰ ਦਿਓ। ਸੋ ਸਾਧ ਸੰਗਤ ਜੀ, ਅੱਗੇ ਵਸਤੂ ਨਿਰਦੇਸ਼ ਮੰਗਲ ਹੋ ਰਿਹਾ ਹੈ। ਇਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਉਹਦੇ ਵਰਗਾ ਕੋਈ ਦੂਸਰਾ ਨਹੀਂ। ਪਰਮਾਤਮਾ ਵਰਗਾ ਇੱਕ ਅਦੁੱਤੀ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਸ਼ਲੋਕ ਮਹੱਲਾ ਤੀਜਾ। ਜਿਹੜਾ ਇਹ ਸ਼ਲੋਕ ਹੈ, ਸ਼ਲੋਕ ਦਾ ਅੱਖਰੀ ਅਰਥ ਕਰੀਏ ਤਾਂ ਇਹਦਾ ਅਰਥ ਬਣਦਾ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਜਿਨ੍ਹਾਂ ਬਚਨਾਂ ਨੂੰ ਸੁਣ ਕੇ ਮੰਨਣ ਵਿੱਚ ਲਿਆ ਕੇ ਨਿਧਿਆਸਣ ਤੱਕ ਜਾ ਕੇ ਆਪਣੇ ਲੋਕ ਦੀ ਪ੍ਰਾਪਤੀ ਹੋ ਜਾਵੇ। ਰੂਪ ਦੀਪ ਪਿੰਗਲ ਦੇ ਅਨੁਸਾਰ ਜਿਹਦੇ ਅੰਦਰ ਛੰਦਾਬੰਦੀ ਦੀ ਨਿਯਮਾਵਲੀ ਲਿਖੀ ਹੋਈ ਹੈ, ਤੇ ਉਹਦੇ ਵਿੱਚ ਲਿਖਿਆ ਕਿ ਸ਼ਲੋਕ ਜਿਹੜਾ ਹੈ, ਇਹ ਛੰਦ ਦੀ ਚਾਲ ਦਾ ਨਾਮ ਹੈ।
ਐਸਾ ਸ਼ਲੋਕ ਇਹ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਇਹੋ ਜਗਤ ਮਮਤਾ ਮੁਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ, ਇਹੋ ਜਗਤ, ਇਹ ਜਿਹੜਾ ਜਗਤ ਸੰਸਾਰ ਹੈ, ਜਗਤ ਇਹਨੂੰ ਤਾਂ ਕਹਿੰਦੇ ਨੇ, ਜਾ ਨਾਮ ਹੈ ਪੈਦਾ ਹੋਣ ਦਾ ਤੇ ਗਤ ਨਾਮ ਹੈ ਨਾਸ ਹੋਣ ਦਾ। ਜਿਹੜਾ ਪੈਦਾ ਹੋ ਕਰਕੇ ਖਤਮ ਹੋਈ ਜਾਂਦਾ, ਕਿੰਨੇ ਜੀਵ ਜਨਮ ਲੈਂਦੇ, ਕਿੰਨੇ ਮਰ ਕੇ ਤੁਰੇ ਜਾਂਦੇ ਨੇ। ਇਹ ਸਾਰਾ ਜਿਹੜਾ ਜਗਤ ਸੰਸਾਰ ਹੈ, ਮਮਤਾ ਦੇ ਵਿੱਚ ਹੀ ਮੋਆ ਕਹੀਏ ਮਰਿਆ ਪਿਆ। ਮਮਤਾ ਕੀ ਹੁੰਦੀ ਹੈ? ਪਦਾਰਥਾਂ ਤੇ ਮੇਰ ਕਰਨੀ। ਸਰੀਰ ਤੇ ਬੰਦੇ ਨੇ ਮੇਰ ਕੀਤੀ, ਸੰਬੰਧੀਆਂ ਤੇ ਮੇਰ ਕੀਤੀ, ਪਰਿਵਾਰਾਂ ਤੇ ਮੇਰ ਕਰਦਾ, ਘਰ-ਵਾਰ ਤੇ ਮੇਰ ਕਰਦਾ, ਆਪਣੀਆਂ ਪ੍ਰਾਪਰਟੀਆਂ ਜ਼ਮੀਨਾਂ ਤੇ ਮੇਰ ਕਰਦਾ ਹੈ। ਸਾਰਾ ਕੁਝ ਦਿੱਤਾ ਪਰਮਾਤਮਾ ਦਾ ਹੋਇਆ। ਇਹ ਸਾਰੇ ਜਗਤ ਸੰਸਾਰ ਦੇ ਜੀਵ ਮਮਤਾ ਦੇ ਵਿੱਚ, ਮੇਰ ਤੇਰ ਦੇ ਵਿੱਚ ਪੈ ਕਰਕੇ ਮੁਆ ਮਰਦੇ ਜਾ ਰਹੇ ਹਨ। ਜੀਵਨ ਕੀ ਬਿਦ ਨਾਹੀ। ਜਿਹੜਾ ਅਸਲ ਦੇ ਵਿੱਚ ਸੇਵਾ ਕਰਕੇ, ਸਿਮਰਨ ਕਰਕੇ, ਜਪ ਤਪ ਕਮਾਈ ਕਰਕੇ ਉੱਚਾ ਸੁੱਚਾ ਜੀਵਨ ਬਣਾ ਕੇ ਜਿਉਣਾ ਸੀ ਦੁਨੀਆ ਵਿੱਚ, ਪਰਮਾਤਮਾ ਵਾਹਿਗੁਰੂ ਦੇ ਮਾਰਗ ਦੇ ਰਸਤੇ ਤੇ ਚੱਲਣਾ ਸੀ, ਪਰਮਾਰਥ ਦੇ ਵੱਲ, ਉਸ ਪਾਸੇ ਨੂੰ ਜਿਉਣ ਦੀ ਵਿਧ ਨਾਹੀ, ਇਹਨੂੰ ਵਿਧੀ ਨਹੀਂ ਆਉਂਦੀ ਹੈ। ਪਤਾ ਹੀ ਨਹੀਂ ਲੱਗਦਾ ਹੈ, ਇਸ ਨੂੰ ਢੰਗ ਤਰੀਕਾ ਨਹੀਂ ਹੈ ਕਿ ਕਿਵੇਂ ਮੈਂ ਜਿਉਣਾ ਹੈ ਗੁਰੂ ਵਾਲਾ ਬਣ ਕਰਕੇ। ਗੁਰ ਕਾ ਭਾਣਾ ਜੋ ਚੱਲਾ। ਜਿਹੜੇ ਭਾਈ ਗੁਰੂ ਸਾਹਿਬ ਜੀ ਦੇ ਭਾਣੇ ਵਿੱਚ, ਗੁਰੂ ਦੀ ਰਜ਼ਾ ਦੇ ਅੰਦਰ, ਗੁਰੂ ਸਾਹਿਬ ਦੇ ਹੁਕਮ ਅਨੁਸਾਰੀ ਹੋ ਕਰਕੇ ਚੱਲਦੇ ਨੇ, ਆਪਣਾ ਜੀਵਨ ਗੁਰੂ ਦੇ ਹੁਕਮ ਅਨੁਸਾਰ ਬਣਾਉਂਦੇ ਹਨ, ਤਾਂ ਜੀਵਨ ਪਦਵੀ ਪਾਹੇ। ਫਿਰ ਉਹ ਗੁਰੂ ਦੇ ਪਿਆਰੇ ਜੀਵਨ ਪਦਵੀ ਨੂੰ ਪਾਹੇ ਪਾ ਲੈਂਦੇ ਨੇ। ਜੀਵਨ ਪਦਵੀ ਕਿਹੜੀ ਹੈ? ਉਹ ਜਿਉਂਦੇ ਹੀ ਬਦੇ ਮੁਕਤੀ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਜੀਵਨ ਮੁਕਤ ਹੋ ਜਾਂਦੇ, ਜਿਉਂਦਿਆਂ ਦੇ ਬੰਧਨ ਕੱਟੇ ਜਾਂਦੇ ਨੇ। ਜੇ ਕੋਈ ਭਾਈ ਗੁਰੂ ਦੇ ਭਾਣੇ ਅਨੁਸਾਰ ਚੱਲਣਾ ਕਰੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜਾ ਬਚਨ ਗੁਰੂ ਨੇ ਕਹਿ ਦਿੱਤਾ ਉਹਨੂੰ ਸਤ ਬਚਨ ਕਰਕੇ ਮੰਨਣਾ ਕਰੇ, ਐਸੇ ਗੁਰੂ ਦੇ ਪਿਆਰੇ ਜੀਵਨ ਪਦਵੀ ਨੂੰ ਪਾ ਲੈਂਦੇ, ਪ੍ਰਾਪਤ ਕਰ ਲੈਂਦੇ ਹਨ। ਓਏ ਸਦਾ ਸਦਾ ਜਨ ਜੀਵਤੇ। ਉਹ ਗੁਰੂ ਦੇ ਪਿਆਰੇ ਜਿਹੜੇ ਜਨ ਦਾਸ ਹਨ, ਸੇਵਕ ਹਨ, ਸਦਾ ਸਦਾ ਦਾ ਅਰਥ ਹੈ ਹਮੇਸ਼ਾ ਵਾਸਤੇ ਜੀਵਤੇ ਜਿਉਂਦੇ ਨੇ। ਸਦਾ ਲਈ ਕਿਵੇਂ ਜਿਉਂਦੇ? ਉਹ ਅਮਰ ਹੋ ਜਾਂਦੇ ਨੇ। ਉਹਨਾਂ ਦਾ ਜਿਹੜਾ ਜੀਵਨ ਦੁਨੀਆ ਦੇ ਵਾਸਤੇ ਪ੍ਰੇਰਣਾ ਸਰੋਤ ਬਣ ਜਾਂਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕੋਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਭਾਈ ਐਸੇ ਗੁਰੂ ਦੇ ਪਿਆਰੇ ਜਿਹੜੇ ਜਨ ਸੇਵਕ ਬਣ ਜਾਂਦੇ, ਸਤਿਗੁਰੂ ਦੇ, ਹਮੇਸ਼ਾ ਵਾਸਤੇ ਜਿਉਂਦੇ ਨੇ। ਕਦੇ ਉਹਨਾਂ ਦਾ ਦੁਨੀਆ ਵਿੱਚ ਮਰਨਾ ਨਹੀਂ ਵਾਰ-ਵਾਰ ਹੁੰਦਾ ਹੈ, ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਜੋ ਹਰ ਚਰਨੀ ਚਿਤ ਲਾਹੇ। ਕਿੰਨਾਂ ਨੂੰ ਐਸੀ ਅਵਸਥਾ ਪ੍ਰਾਪਤ ਹੁੰਦੀ? ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਹੜੇ ਹਰੀ ਪਰਮਾਤਮਾ ਦੇ ਨਾਮ ਬਾਣੀ ਸਿਮਰਨ ਰੂਪ ਚਰਨਾਂ ਵਿੱਚ ਚਿੱਤ ਕਹੀਏ ਆਪਣੀ ਮਨ ਦੀ ਵਿਰਤੀ ਨੂੰ ਲਾਹੇ ਲਾ ਲੈਂਦੇ ਨੇ। ਜਿਨ੍ਹਾਂ ਦਾ ਚਿੱਤ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ, ਉਹ ਸਦਾ ਵਾਸਤੇ ਅਮਰ ਹੋ ਜਾਂਦੇ ਹਨ। ਨਾਨਕ ਨਦਰੀ ਮਨ ਵਸਾ। ਜਿਨ੍ਹਾਂ ਤੇ ਅਕਾਲ ਪੁਰਖ ਪਰਮਾਤਮਾ ਦੀ ਨਦਰੀ ਕਿਰਪਾ ਹੋ ਜਾਂਦੀ, ਮਿਹਰ ਦੀ ਦ੍ਰਿਸ਼ਟੀ ਪਾ ਦਿੰਦਾ ਪਰਮਾਤਮਾ, ਉਹਨਾਂ ਦੇ ਮਨ ਅੰਦਰ ਪਰਮੇਸ਼ਰ ਦਾ ਸਰੂਪ ਵਸ ਜਾਂਦਾ ਹੈ। ਕਿਉਂਕਿ ਸਿਮਰਨ ਵਾਲੀਆਂ ਰੂਹਾਂ ਇਹ ਉਪਦੇਸ਼ ਦਿੰਦੀਆਂ ਆਮ ਜੀਵਾਂ ਨੂੰ, ਭਾਈ ਤੁਸੀਂ ਆਤਮਿਕ ਚਿੰਤਨ ਕਰੋ। ਆਤਮਿਕ ਜਿਹੜਾ ਤੇਰਾ ਆਤਮਾ ਸਰੂਪ ਹੈ, ਇਹੀ ਪਰਮਾਤਮਾ ਦੀ ਅੰਸ਼ ਹੈ। ਪਰਮੇਸ਼ਰ ਦਾ ਸਰੂਪ ਤਾਂ ਤੇਰੇ ਹਿਰਦੇ ਦੇ ਅੰਦਰ ਹੀ ਹੈ। ਉਹ ਸਖਿਆਤ ਕਿਵੇਂ ਹੋਣਾ ਕਰੇ, ਪ੍ਰਗਟ ਕਿਵੇਂ ਹੋਵੇਗਾ? ਜਦੋਂ ਪਰਮਾਤਮਾ ਨਦਰੀ ਕਰਦਾ, ਕਿਰਪਾ ਕਰ ਦਿੰਦਾ, ਮਿਹਰ ਦੀ ਦ੍ਰਿਸ਼ਟੀ ਪਾਉਂਦਾ, ਤਾਂ ਉਹ ਸਰੂਪ ਮਨ ਦੇ ਅੰਦਰ ਆ ਕੇ ਵਸ ਜਾਂਦਾ ਹੈ। ਫਿਰ ਜੀਵ ਦੇਖਦਾ, ਜਿਹੜੀ ਆਤਮਾ ਮੇਰੇ ਅੰਦਰ ਉਹੀ ਦੂਜੇ ਤੀਜੇ ਦੇ ਅੰਦਰ ਹੈ। ਦੂਜਾ ਤੀਜਾ ਪੁਣਾ ਉਹਦਾ ਖਤਮ ਹੀ ਹੋ ਜਾਂਦਾ ਫਿਰ ਹੌਲੀ ਹੌਲੀ।
ਸਾਰਿਆਂ ਦੇ ਅੰਦਰ ਇੱਕ ਪ੍ਰਮਾਤਮਾ ਦਾ ਰੂਪ ਹੀ ਦਿਸਣ ਲੱਗ ਜਾਂਦਾ। ਗੁਰਮੁਖ ਸਹਿਜ ਸਮਾਹੇ, ਐਸੇ ਗੁਰੂ ਦੇ ਰਸਤੇ ਤੇ ਚੱਲਣ ਵਾਲੇ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਤੁਰਨ ਵਾਲੇ ਜਿਹੜੇ ਗੁਰਮੁਖ ਨੇ, ਉਹ ਸਹਿਜ ਅਵਸਥਾ ਦੇ ਅੰਦਰ ਸਮਾਹੇ ਸਮਾ ਜਾਂਦੇ ਨੇ। ਸਹਿਜੇ ਨਿਰਯਤਨ ਹੀ ਪਰਮਾਤਮਾ ਵਿੱਚ ਉਹਨਾਂ ਦੀ ਲੀਨਤਾ ਬਣ ਜਾਂਦੀ ਹੈ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ, ਅੰਦਰ ਸਹਸਾ ਦੁਖ ਹੈ। ਜੀਵ ਦੇ ਅੰਦਰ ਤਿੰਨ ਤਰ੍ਹਾਂ ਦੇ ਸਹਿਸਾ ਜਿਹੜੇ ਸੰਸੇ ਬਣੇ ਹੋਏ ਨੇ, ਪ੍ਰਮਾਣਗਤ, ਪਰਮੇਗਤ, ਵਿਪਰਜੈਗਤ, ਤੇ ਤਿੰਨ ਜਿਹੜੇ ਸ਼ਾਂਕੇ ਨੇ। ਜਿੰਨੀ ਦੇਰ ਕਿਸੇ ਦਾ ਸ਼ੰਕਾ ਨਹੀਂ ਟੁੱਟਦਾ, ਓਨੀ ਦੇਰ ਮਨ ਦਾ ਦੁੱਖ ਨਹੀਂ ਕਦੇ ਦੂਰ ਹੁੰਦਾ। ਇੱਧਰ ਤਿੰਨ ਸ਼ੰਕੇ ਹੋਣ ਕਰਕੇ ਜੀਵ ਨੂੰ ਦੁੱਖ ਕਿਹੜਾ ਹੈ? ਜੰਮਣ ਤੇ ਮਰਨ ਦਾ। ਜਨਮ ਸਮੇਂ ਜਿਹੜਾ ਮਾਤਾ ਦੇ ਉਦਰ ਵਿੱਚ 9 ਮਹੀਨੇ ਪੁੱਠੇ ਲਟਕਣਾ ਪੈਂਦਾ, ਮੌਤ ਦੇ ਸਮੇਂ 10,000 ਬਿੱਛੂ ਦੇ ਇਕੱਠੇ ਡੰਗ ਮਾਰਨ ਜਿੰਨਾ ਦੁੱਖ ਲੱਗਦਾ, ਜਾਂ ਲੋਹੇ ਦੀ ਤਾਰ ਕੰਡਿਆਂ ਵਾਲੀ ਮੁੱਖ ਥਾਈਂ ਪਾ ਕੇ ਗੁਦਾ ਥਾਈਂ ਖਿੱਚ ਦਈਏ, ਇੰਨਾ ਦੁੱਖ ਲੱਗਦਾ ਜਦੋਂ ਜੀਵ ਦਾ ਅੰਤਲਾ ਸਮਾਂ ਆਉਂਦਾ, ਮੌਤ ਆਉਂਦੀ ਹੈ। ਇਹ ਬਹੁਤ ਵੱਡੇ ਦੋਵੇਂ ਦੁੱਖ ਨੇ, ਜੰਮਣ ਤੇ ਮਰਨ ਦੇ। ਅੰਦਰ ਜੀਵ ਦੇ ਤਿੰਨ ਤਰ੍ਹਾਂ ਦੇ ਸ਼ੰਕੇ ਬਣੇ ਹੋਏ ਨੇ, ਉਹਦੇ ਕਰਕੇ ਜੰਮਣ ਤੇ ਮਰਨ ਦਾ ਦੁੱਖ ਹਮੇਸ਼ਾ ਵਾਸਤੇ ਬਣਿਆ ਰਹਿੰਦਾ ਹੈ। ਆਪੈ ਸਿਰ ਧੰਦਾ ਮਾਰ, ਬਾਕੀ ਫਿਰ ਜਿਹੜਾ ਇਹ ਜੀਵ ਹੈ, ਆਪਣਾ ਸਿਰ ਜਿਹੜਾ ਪ੍ਰਤੱਖ ਸਿਰ, ਇਹ ਵੀ ਧੰਦਿਆਂ ਦੇ ਵਿੱਚ ਹੀ, ਕਾਰੋਬਾਰਾਂ ਵਿੱਚ ਹੀ ਮਾਰ ਮਾਰੀ ਜਾਂਦਾ ਹੈ। ਆਹ ਧੰਦਾ ਨਿਬੜ ਗਿਆ, ਦੂਜੇ ਨੂੰ ਸਿਰ ਲਾ ਲੈਂਦਾ, ਉਹ ਨਿਬੜ ਗਿਆ, ਤੀਜੇ ਨੂੰ ਸਿਰ ਜੋੜ ਦਿੰਦਾ ਹੈ। ਸਾਰੀ ਜ਼ਿੰਦਗੀ ਬਾਲਕ ਅਵਸਥਾ ਤੋਂ ਲੈ ਕੇ ਅੰਤਲੇ ਸਵਾਸਾਂ ਦੇ ਤੱਕ ਧੰਦਿਆਂ ਵਿੱਚ ਹੀ ਗੁਜ਼ਰ ਜਾਂਦੀ ਹੈ। ਧੰਦੇ ਨਾ ਤਾਂ ਕਿਸੇ ਵਡੇਰਿਆਂ ਤੋਂ ਨਿਬੜੇ, ਨਾ ਤੈਥੋਂ ਨਿਬੜਨੇ, ਨਾ ਤੇਰੇ ਬੱਚਿਆਂ ਤੋਂ ਨਿਬੜਨਗੇ। ਇਹ ਜਿਹੜੇ ਧੰਦੇ ਨੇ, ਸਾਰੇ ਧੰਦਿਆਂ ਵਿੱਚੋਂ ਇੱਕ ਧੰਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਜੇ ਸਿਮਰਨ ਦਾ ਹੋ ਜਾਵੇ ਤੇ ਸਾਰੇ ਧੰਦੇ ਜ਼ਿੰਦਗੀ ਦੇ ਸਫਲੇ ਹੋ ਜਾਣਗੇ। ਇਹ ਵੀ ਨਹੀਂ ਸਤਿਗੁਰਾਂ ਨੇ ਕਿਹਾ ਵੀ ਧੰਦਾ ਨਹੀਂ ਕਰਨਾ। ਸਤਿਗੁਰੂ ਕਹਿੰਦੇ ਨਾਮ ਜਪੋ, ਪਹਿਲੇ ਨੰਬਰ ਤੇ ਨਾਮ ਕਿਹਾ ਹੈ, ਤੇ ਦੂਸਰੇ ਨੰਬਰ ਤੇ ਫਿਰ ਕਹਿ ਦਿੱਤਾ ਧਰਮ ਦੀ ਕਿਰਤ ਕਰੋ, ਕਿਉਂਕਿ ਨਾਮ ਵਿੱਚੋਂ ਸੰਸਾਰ ਪੈਦਾ ਹੋਇਆ, ਜੀਵ ਦੀ ਉਤਪਤੀ ਨਾਮ ਚੋਂ ਹੋਈ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ ਹਨ। ਜਿਸ ਨਾਮ ਚੋਂ ਪੈਦਾ ਹੋਇਆ, ਜਦੋਂ ਉਸ ਨਾਮ ਦੇ ਨਾਲ ਬੰਦਾ ਜੁੜ ਜਾਵੇਗਾ ਤੇ ਧਰਮ ਦੀ ਕਿਰਤ ਕਰਨ ਦਾ ਮਨ ਆਟੋਮੈਟਿਕ ਹੀ ਬਣ ਜਾਵੇਗਾ। ਜਦੋਂ ਧਰਮ ਦੀ ਕਿਰਤ ਕਰੇਗਾ, ਫਿਰ ਅੱਗੇ ਵੰਡ ਕੇ ਛਕਣਾ ਜਿਹੜਾ ਉਸ ਵਾਸ ਸਿਮਰਨ ਦੇ ਸਦਕਾ ਹੋ ਹੀ ਜਾਣਾ। ਪਰਮੇਸ਼ਰ ਦਾ ਨਾਮ ਸ਼੍ਰੋਮਣੀ ਹੈ, ਪਹਿਲੇ ਨੰਬਰ ਤੇ ਨਾਮ ਹੈ। ਉਹ ਜਿਹੜਾ ਨਾਮ ਜਪਣ ਦਾ ਧੰਦਾ ਸੀ, ਬੰਦੇ ਨੇ ਛੱਡ ਦਿੱਤਾ। ਦੁਨੀਆ ਦੇ ਬਹੁਤ ਸਾਰੇ ਧੰਦੇ, ਕਾਰੋਬਾਰਾਂ ਦੇ ਵਿੱਚ ਆਪਣਾ ਸਿਰ ਜੋੜੀ ਫਿਰਦਾ। ਸਿਰ ਜੋੜਨ ਦਾ ਅਰਥ ਹੁੰਦਾ ਵੀ ਉਸ ਧੰਦੇ ਦੇ ਨਾਲ ਹੀ ਜੀਵ ਜੁੜ ਗਿਆ, ਖਾਚਿਤ ਹੋ ਗਿਆ। ਅੰਦਰ ਜਿਹੜਾ ਤਿੰਨ ਤਰ੍ਹਾਂ ਦਾ ਸ਼ੰਕਾ ਬਣਿਆ ਸੀ, ਜੰਮਣ ਮਰਨ ਦਾ ਦੁੱਖ ਨਹੀਂ ਟੁੱਟਿਆ, ਆਪਣਾ ਸਿਰ ਧੰਦਿਆਂ ਦੇ ਵਿੱਚ ਮਾਰ ਮਾਰ ਕੇ ਬੰਦਾ ਖਤਮ ਹੋ ਜਾਂਦਾ, ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਦੂਜਾ ਭਾਏ ਸੁੱਤੇ ਕਬਹਿ ਨਾ ਜਾਗੇ। ਦੂਜੇ ਦਾ ਅਰਥ ਹੈ ਜਿਹੜੀ ਅੰਦਰ ਦਵੈਤ ਭਾਵਨਾ, ਦੁਬਦਾ ਪੁਣਾ ਜੀਵ ਦੇ ਬਣਿਆ ਹੋਇਆ। ਦੁਬਦਾ ਹੁੰਦੀ ਹੈ ਵੀ ਪਰਮੇਸ਼ਰ ਦੇ ਰੂਪ ਵੀ ਦੋ ਸਮਝਣੇ, ਤੇ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਜਿਹੜਾ ਹੈ ਤੇ ਉਹਦੀ ਵੀ ਪ੍ਰਾਪਤੀ ਕਰਨ ਲੱਗਿਆ ਮਨ ਵਿੱਚ ਦੋ ਤਰ੍ਹਾਂ ਦੀ ਵਿਧੀ ਬਣੀ ਰਹਿਣੀ। ਜਿਹੜਾ ਸਾਧ ਸੰਗਤ ਜੀ ਐਸਾ ਦੂਜਾ ਭਾਵ ਦਵੈਤ ਭਾਵ ਹੈ, ਦੁਬਦਾ ਹੈ, ਉਹਦੇ ਵਿੱਚ ਲੱਗ ਕੇ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਕਬ ਹੈ ਨਾ ਜਾਗੈ, ਜਾਗਣਾ ਕਿੱਧਰ ਹੈ? ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ। ਇਸ ਜਾਗਰਤ ਅਵਸਥਾ ਦੇ ਅੰਦਰ ਗਿਆਨ ਵਿੱਚ ਬੰਦਾ ਜਾਗਣਾ ਨਹੀਂ ਕੀਤਾ, ਅਵਿਦਿਆ ਦੀ ਨੀਂਦ ਵਿੱਚ ਸੌਂ ਗਿਆ। ਇਹਦਾ ਕਾਰਨ ਹੈ ਦਵੈਤ ਭਾਵਨਾ ਦੇ ਵਿੱਚ ਲੱਗਿਆ ਹੋਇਆ। ਮਾਇਆ ਮੋਹ ਪਿਆਰ, ਜਿਹੜੀ ਇਹ ਮਾਇਆ ਹੈ ਪਰਮੇਸ਼ਰ ਵਾਹਿਗੁਰੂ ਦੀ ਪੈਦਾ ਕੀਤੀ, ਚਾਹੇ ਜੜ ਹੈ ਤੇ ਚਾਹੇ ਚੇਤਨ ਹੈ, ਦੋ ਪ੍ਰਕਾਰ ਦੀ ਮਾਇਆ ਹੈ। ਇਸ ਮਾਇਆ ਦੇ ਅੰਦਰ ਜੀਵ ਜਿਹੜਾ ਮੋਹ ਕਰਦਾ ਇਸ ਮਾਇਆ ਦਾ, ਤੇ ਫਿਰ ਮਾਇਆ ਵਿੱਚ ਹੀ ਪਿਆਰ ਕਰੀ ਜਾਂਦਾ।
ਇਸ ਲਈ ਫਿਰ ਜੀਵ ਨੂੰ ਕਦੇ ਸੁੱਖ ਨਹੀਂ ਜ਼ਿੰਦਗੀ ਵਿੱਚ ਮਿਲਣਾ ਹੈ। ਮਾਇਆ ਦਾ ਮੋਹਿਤ ਹੋ ਕਰਕੇ ਮਾਇਆ ਦੇ ਨਾਲ ਹੀ ਅੰਦਰੋਂ ਪਿਆਰ ਕਰਦਾ ਜੀਵ। ਨਾਮ ਨ ਚਿਤ ਹੈ ਸ਼ਬਦ ਨਾ ਵਿਚਾਰ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰਨਾ ਸੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ। ਸਤਿਗੁਰੂ ਕਹਿੰਦੇ ਰਾਤ ਦਿਨ ਪ੍ਰਾਣੀ ਪਰਮਾਤਮਾ ਦਾ ਚਿੰਤਨ ਕਰ। ਉਸ ਨਾਮ ਨੂੰ ਨਾ ਚੇਤਾ ਕਦੇ ਯਾਦ ਹੀ ਨਹੀਂ ਕੀਤਾ ਹੈ। ਚੇਤੇ ਨਹੀਂ ਕਰਦਾ ਜੀਵ, ਸ਼ਬਦ ਨਾ ਵਿਚਾਰ ਹੈ। ਸ਼ਬਦ ਦਾ ਅਰਥ ਹੈ ਜਿਹੜਾ ਬ੍ਰਹਮ ਸਰੂਪ ਪਰਮਾਤਮਾ, ਉਹਦੀ ਵਿਚਾਰ ਨਹੀਂ ਕਰਦਾ। ਜਦੋਂ ਬ੍ਰਹਮ ਸਰੂਪ ਦੀ ਵਿਚਾਰ ਕਰੇਗਾ ਤੇ ਪਤਾ ਲੱਗੇਗਾ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਰਮਾਤਮਾ ਦਾ ਨਾਮ ਭਾਈ ਸਾਰਿਆਂ ਤੋਂ ਅਮੋਲਕ ਹੈ। ਜਦੋਂ ਸ਼ਬਦ ਬ੍ਰਹਮ ਦੀ ਵਿਚਾਰ ਕਰੇਗਾ, ਸ਼ਬਦ ਗੁਰੂ ਦੇ ਉਪਦੇਸ਼ ਨੂੰ ਵਿਚਾਰੇਗਾ ਬੈਠ ਕਰਕੇ, ਫਿਰ ਨਾਮ ਦਾ ਮਹਾਤਮ ਪਤਾ ਚੱਲੇਗਾ। ਜਦੋਂ ਮਹਾਤਮ ਪਤਾ ਲੱਗ ਜਾਵੇ ਕਿਸੇ ਵਸਤੂ ਦਾ, ਫਿਰ ਆਟੋਮੈਟਿਕ ਹੀ ਬੰਦਾ ਉਹਦੇ ਨਾਲ ਜੁੜ ਜਾਂਦਾ। ਨਾਮ ਨੂੰ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ। ਸ਼ਬਦ ਗੁਰੂ ਦੇ ਉਪਦੇਸ਼ ਦੀ ਵਿਚਾਰ ਸੁਣਦਾ ਨਹੀਂ, ਕਰਦਾ ਨਹੀਂ ਹੈ। ਇਹੋ ਮਨਮੁਖ ਕਾ ਆਚਾਰ। ਇਹ ਜਿਹੜਾ ਆਚਾਰ ਕਰਤੱਵ ਹੈ, ਇਹ ਮਨਮੁਖ ਬੰਦੇ ਦਾ ਹੈ। ਗੁਰਮੁਖ ਬੰਦੇ ਦਾ ਜੀਵਨ ਐਸਾ ਨਹੀਂ ਹੋਣਾ। ਉਹ ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਵੀ ਜੁੜਦਾ ਹੈ ਤੇ ਨਾਮ ਨੂੰ ਵੀ ਸਦਾ ਚੇਤੇ ਕਰਦਾ, ਸਵਾਸ ਸਫਲੇ ਕਰਦਾ ਹੈ। ਇਹ ਜਿਹੜਾ ਆਚਾਰ ਕਰਤੱਵ ਦੱਸਿਆ ਹੈ, ਇਹ ਮਨਮੁਖ ਬੰਦੇ ਦਾ ਕਰਤੱਵ ਹੈ। ਮਨਮੁਖ ਬੰਦੇ ਦੀ ਕਰਨੀ ਐਸੀ ਹੈ। ਹਰ ਨਾਮ ਨ ਪਾਇਆ ਜਨਮ ਬਿਰਥਾ ਗਵਾਇਆ। ਹਰੀ ਪਰਮਾਤਮਾ ਵਾਹਿਗੁਰੂ ਜੀ ਨੇ ਮਨੁੱਖਾ ਜਨਮ ਤੈਨੂੰ ਦਿੱਤਾ ਸੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਰ ਨਾਮ ਨਾ ਪਾਇਆ, ਹਰੀ ਪਰਮਾਤਮਾ ਦਾ ਨਾਮ ਪਾਇਆ, ਪ੍ਰਾਪਤੀ ਨਹੀਂ ਕੀਤਾ। ਪਾਉਣਾ ਕਿੱਥੋਂ ਸੀ? ਗੁਰੂ ਦੇ ਕੋਲੋਂ। ਕਿੱਥੋਂ ਨਾਮ ਲੈਣਾ ਸੀ? ਪੰਜ ਪਿਆਰਿਆਂ ਦੇ ਕੋਲੋਂ। ਨਾ ਪੰਜ ਪਿਆਰਿਆਂ ਦੇ ਕੋਲ ਗਿਆ ਹੱਥ ਜੋੜ ਕਰਕੇ, ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਹਨੇ ਜਾ ਕੇ ਕੋਈ ਅਰਦਾਸ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਾਪਤ ਹੋ ਜਾਵੇ। ਨਾ ਗੁਰੂ ਕੋਲ ਗਿਆ ਹੈ ਤੇ ਨਾ ਪੰਜਾਂ ਪਿਆਰਿਆਂ ਕੋਲ ਜਾ ਕੇ ਨਾਮ ਦੀ ਪਾਇਆ ਪ੍ਰਾਪਤੀ ਕੀਤੀ ਜੀਵ ਨੇ। ਫਿਰ ਹੋਇਆ ਕਿ ਜਨਮ ਬਿਰਥਾ ਗਵਾਇਆ। ਇਹ ਜਿਹੜਾ ਮਨੁੱਖਾ ਜਨਮ ਸੀ, ਸਾਧ ਸੰਗ ਤੇ ਹੀਰਿਆਂ ਤੋਂ ਵੀ ਅਮੋਲਕ ਸੀ, ਤੇ ਇਸ ਮਨੁੱਖਾ ਜਨਮ ਨੂੰ ਬਿਰਥਾ ਕੌਡੀਆਂ ਦੇ ਭਾਅ, ਭੰਗ ਦੇ ਭਾਣੇ ਇਸ ਜੀਵ ਨੇ ਗਵਾ ਦਿੱਤਾ, ਰੋਲ ਦਿੱਤਾ ਮਿੱਟੀ ਦੇ ਵਿੱਚ। ਨਾਨਕ ਜਮ ਮਾਰ ਕਰੇ ਖੁਆਰ। ਜਦੋਂ ਸਰੀਰ ਚਲਿਆ ਜਾਣਾ ਜੀਵ ਦਾ, ਮਨੁੱਖਾ ਜਨਮ ਹੱਥੋਂ ਛੁੱਟ ਜਾਵੇਗਾ, ਨਾਮ ਜਪਿਆ ਨਹੀਂ ਤੇ ਉਹਦਾ ਫਿਰ ਫਲ ਕੀ ਭੋਗੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਨਾਨਕ ਜਮ ਮਾਰ ਕਰੇ ਖੁਆਰ। ਇੱਕ ਤਾਂ ਜਿਹੜਾ ਜਮਦੂਤ ਹੈ, ਧਰਮ ਰਾਜਾ ਹੈ, ਇਹ ਤੇਰੇ ਉੱਤੇ ਬਹੁਤ ਭਾਰੀ ਮਾਰ ਕਰੇਗਾ। ਸੂਖਮ ਸਰੀਰ ਜਦੋਂ ਅੱਗੇ ਤੁਰਦਾ, ਜਿਹੜਾ 17 ਸੂਖਮ ਤੱਤਾਂ ਦਾ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਪ੍ਰਾਣ, 16ਵਾਂ ਮਨ, 17ਵੀਂ ਬੁੱਧੀ ਹੈ। ਇਹ ਜਦੋਂ ਸੂਖਮ ਸਰੀਰ ਅੱਗੇ ਜਾਣਾ, ਲੇਖਾ ਜੋਖਾ ਉਹਦਾ ਹੋਵੇਗਾ। ਮੁਕਰਿਆ ਨਹੀਂ ਜਾ ਸਕਦਾ ਵੀ ਅੱਗਾ ਕਿਹਨੇ ਵੇਖਿਆ, ਜੋ ਕੁਝ ਹੈ ਇੱਥੇ ਹੀ ਹੈ। ਇੱਥੇ ਤਾਂ ਪਿਛਲੇ ਕਰਮ ਭੋਗਦਾ ਜੀਵ। ਆਹ ਜਿਹੜੇ ਕਰਮ ਕੀਤੇ ਅੱਗੇ ਜਾ ਕਰਕੇ ਭੋਗਣਾ ਕਰੇਗਾ, ਕਿਉਂਕਿ ਈਹਾਂ ਖਾੜ ਚੱਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਕਿਹੜੇ ਅੱਗੇ ਦੀ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਇੱਥੇ ਕਹਿੰਦੇ, ਨਾਨਕ ਜਮ ਮਾਰ ਕਰੇ ਖੁਆਰ। ਪਹਿਲਾਂ ਤੇਰੇ ਤੇ ਮਾਰ ਕਰੇਗਾ, ਤੇਰੇ ਕਰਮਾਂ ਦਾ ਜਿਹੜਾ ਲੇਖਾ ਜੋਖਾ ਨਿਬੇੜਨਾ ਕਰੇਗਾ। ਕੁੰਭੀ ਨਰਕਾਂ ਵਿੱਚ ਵੀ ਸੁੱਟਿਆ ਜਾਵੇਗਾ। ਬੜੇ ਦੁੱਖ ਉੱਥੇ ਜਿਹੜੇ ਜੀਵ ਤੈਨੂੰ ਝੱਲਣੇ ਪੈਣਗੇ। ਜਦੋਂ ਉਹ ਤੇਰੇ ਦੁੱਖ ਨਿਬੜ ਜਾਣਗੇ, ਫਿਰ ਕਰੇ ਖੁਆਰ। ਖਰਾਬ ਕਰਨ ਵਾਲੀਆਂ ਜੂਨਾਂ ਵਿੱਚ ਤੈਨੂੰ ਭੇਜਿਆ ਜਾਵੇਗਾ। ਪਹਿਲਾਂ ਕਰਮ ਨਿਬੇੜੇ ਜਾਂਦੇ, ਉਸ ਤੋਂ ਬਾਅਦ ਫਿਰ ਅਗਲੀਆਂ ਜੂਨਾਂ ਵਿੱਚ ਜੀਵ ਜਾਂਦਾ ਹੈ। ਨਾਮ ਜਪਣ ਤੋਂ ਬਿਨਾਂ ਆਹ ਹਾਲਤ ਹੋ ਜਾਂਦੀ ਜੀਵ ਦੀ। ਜਮ ਮਾਰਾਂ ਵੀ ਕਰਦੇ ਨੇ, ਕੁੱਟ ਮਾਰ ਵੀ ਹੁੰਦੀ ਜੀਵ ਦੀ, ਜੂਨਾਂ ਵਿੱਚ ਪਾ ਕੇ ਖਰਾਬ ਵੀ ਕੀਤਾ ਜਾਂਦਾ ਹੈ। ਪੌੜੀ
ਆਪਣਾ ਆਪ ਉਪਾਇਓਣ। ਅੱਗੇ ਜਿਹੜੀ ਇਹ ਪੌੜੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਸ ਰੂਪ ਉਚਾਰਨ ਕਰਦੇ, ਪਰਮਾਤਮਾ ਦੀ ਸਿਫਤ ਕਰਦੇ ਨੇ। ਆਪਣਾ ਆਪ ਉਪਾਇਓਨ, ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਆਪਣਾ ਜਿਹੜਾ ਆਪ ਹੈ, ਆਪਣੇ ਆਪ ਤੋਂ ਹੀ ਸਾਰਾ ਕੁਝ ਉਪਾਇਓਨ ਪੈਦਾ ਕੀਤਾ ਹੈ। ਜੋ ਕੁਝ ਵੀ ਦੁਨੀਆ ਵਿੱਚ ਬਣਿਆ, ਪੰਜ ਤੱਤਾਂ ਤੋਂ ਸਰੀਰ ਮੰਨਦੇ ਨੇ। ਪੰਜ ਤੱਤਾਂ ਵਿੱਚ ਆਕਾਸ਼ ਹੈ, ਇਹ ਵੀ ਵਾਹਿਗੁਰੂ ਨੇ ਆਪਣੇ ਆਪ ਤੋਂ ਪੈਦਾ ਕੀਤਾ। ਧਰਤੀ ਮਿੱਟੀ ਆ ਜਾਂਦੀ, ਧਰਤੀ ਵੀ ਵਾਹਿਗੁਰੂ ਨੇ ਆਪਣੇ ਆਪ ਤੋਂ ਪੈਦਾ ਕੀਤੀ ਹੈ। ਪਾਣੀ ਦਾ ਤੱਤ ਵੀ ਆਪ ਤੋਂ ਬਣਾਇਆ, ਅਗਨੀ ਤੱਤ ਵੀ ਪਰਮੇਸ਼ਰ ਨੇ ਆਪ ਹੀ ਬਣਾਇਆ, ਤੇ ਹਵਾ ਵੀ ਪਰਮਾਤਮਾ ਨੇ ਆਪ ਬਣਾਈ ਹੈ। ਜਦੋਂ ਪੰਜ ਤੱਤ ਬਣ ਗਏ ਤੇ ਪੰਜਾਂ ਤੱਤਾਂ ਤੋਂ ਫਿਰ ਅੱਗੇ ਜੀਵਾਂ ਦੇ ਸਰੀਰ ਜਿਹੜੇ ਹੋਂਦ ਵਿੱਚ ਆਏ ਨੇ। ਚਾਰ ਖਾਣੀਆਂ ਵਾਹਿਗੁਰੂ ਨੇ ਬਣਾ ਦਿੱਤੀਆਂ, ਅੰਡਜ, ਜੇਰਜ, ਸੇਤਜ ਤੇ ਉਤਭੁਜ। ਇਹਨਾਂ ਵਿੱਚ ਤਿੰਨ ਤਰ੍ਹਾਂ ਦੇ ਜੀਵ ਪੈਦਾ ਕਰ ਦਿੱਤੇ, ਸਤੋ ਗੁਣੀ, ਤਮੋ ਗੁਣੀ ਤੇ ਰਜੋ ਗੁਣੀ। ਇਹ ਜੀਵਾਂ ਦੇ ਸੁਭਾਅ ਵੱਖੋ ਵੱਖਰੇ ਬਣਾਏ ਨੇ। ਜੋ ਕੁਝ ਵੀ ਬਣਿਆ ਦੁਨੀਆ ਵਿੱਚ, ਜੋ ਕੁਝ ਦੇਖਦੇ ਹਾਂ, ਆਪਣਾ ਆਪ ਉਪਾਇਓਨ। ਪਰਮੇਸ਼ਰ ਵਾਹਿਗੁਰੂ ਨੇ ਆਪਣੇ ਆਪ ਤੋਂ ਪੈਦਾ ਕੀਤਾ। ਸਭ ਤੋਂ ਪਹਿਲਾਂ ਆਪਣੇ ਆਪ ਤੋਂ ਪਰਮੇਸ਼ਰ ਵਾਹਿਗੁਰੂ ਆਪਣੇ ਸਰੂਪ ਦੇ ਵਿੱਚ ਆਪ ਹੀ ਟਿਕਿਆ ਹੋਇਆ ਹੈ। ਤਦ ਹੋਰ ਨਾ ਕੋਈ। ਪਰਮੇਸ਼ਰ ਵਾਹਿਗੁਰੂ ਨੇ ਜਦੋਂ ਆਪਣਾ ਸਰੂਪ ਸਥਾਪਨ ਕੀਤਾ, ਕੁਝ ਵੀ ਨਹੀਂ ਸੀ। ਤਦੋਂ ਹੋਰ ਕੁਝ ਵੀ ਆਲੇ ਦੁਆਲੇ ਦਿਸਦਾ ਨਹੀਂ ਸੀ। ਨਾ ਪਾਣੀ ਸੀ, ਨਾ ਅੱਗ ਸੀ, ਨਾ ਆਕਾਸ਼, ਨਾ ਧਰਤੀ, ਨਾ ਹਵਾ, ਕੁਝ ਵੀ ਨਹੀਂ ਸੀ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਆਪਣੇ ਫੁਰਨੇ ਦੇ ਨਾਲ ਹੀ ਸਭ ਕੁਝ ਪੈਦਾ ਕੀਤਾ। ਪਰਮੇਸ਼ਰ ਦੇ ਬਰਾਬਰ ਦੂਸਰਾ ਕੋਈ ਨਾ ਅੱਜ ਹੈ। ਤੇ ਜਦੋਂ ਦੁਨੀਆ ਦੀ ਸਾਜਨਾ ਨਹੀਂ ਕੀਤੀ ਸੀ, ਉਸ ਵੇਲੇ ਕੋਈ ਦੇਵੀ ਦੇਵਤਾ, ਪੀਰ ਪੈਗੰਬਰ, ਔਲੀਆ, ਅਵਤਾਰ ਨਹੀਂ ਸੀ ਪਰਮਾਤਮਾ ਦੇ ਬਰਾਬਰ। ਮਤਾ ਮਸੂਰਤ ਆਪ ਕਰੇ। ਦੁਨੀਆ ਦੇ ਵਿੱਚ ਇੱਕ ਮਤੇ ਹੁੰਦੇ, ਇੱਕ ਮਸੂਰਤ ਸਲਾਹਾਂ ਹੁੰਦੀਆਂ ਨੇ। ਸਲਾਹ ਜਿਹੜੀ ਹੁੰਦੀ ਆਪਣੇ ਬਰਾਬਰ ਦੇ 5-7 ਬੰਦਿਆਂ ਦੇ ਨਾਲ ਬੰਦਾ ਉਹਨਾਂ ਦੀ ਰਾਏ ਲੈ ਲੈਂਦਾ। ਤੇ ਮਤਾ ਹੁੰਦਾ ਜਦੋਂ ਕਿਸੇ ਦੀ ਪ੍ਰਵਾਨਗੀ ਲੈਣੀ ਹੋਵੇ, ਹੱਥ ਖੜੇ ਕਰਾ ਕੇ ਮਤੇ ਪਾਸ ਕਰਵਾਏ ਜਾਂਦੇ ਨੇ। ਅਕਾਲ ਪੁਰਖ ਪਰਮਾਤਮਾ ਨੇ ਜਦੋਂ ਇਹ ਸ੍ਰਿਸ਼ਟੀ ਸਾਜਣੀ ਸੀ, ਪੰਜ ਤੱਤ ਬਣਾਉਣੇ ਸਨ, ਖਾਣੀਆਂ ਬਣਾਉਣੀਆਂ ਸੀ, ਜੀਵਾਂ ਦੇ ਸੁਭਾਅ ਤਿੰਨ ਤਰ੍ਹਾਂ ਵਿੱਚ ਵੰਡਣੇ ਸਨ। ਉਸ ਵੇਲੇ ਕਿਸੇ ਦੇ ਨਾਲ ਵੀ ਪਰਮਾਤਮਾ ਨੇ ਮਸੂਰਤ ਸਲਾਹ ਨਹੀਂ ਕੀਤੀ ਹੈ ਵੀ ਮੈਨੂੰ ਰਾਏ ਦੇਣੀ ਕਰ, ਮੈਂ ਕਿਵੇਂ ਕਰਾਂ। ਜਦੋਂ ਹੈ ਹੀ ਨਹੀਂ ਪਰਮਾਤਮਾ ਦੇ ਬਰਾਬਰ, ਕਿਹਦੇ ਨਾਲ ਸਲਾਹ ਕਰਨੀ ਸੀ। ਤੇ ਮਤਾ ਕਿਹਦੇ ਕੋਲੋਂ ਪਰਮੇਸ਼ਰ ਵਾਹਿਗੁਰੂ ਨੇ ਪਾਸ ਕਰਵਾਉਣਾ ਸੀ। ਤੇ ਮਤਾ ਮਸੂਰਤ ਆਪ ਕਰੇ। ਮਤੇ ਕਰਨ ਵਾਲਾ ਵੀ ਪਰਮਾਤਮਾ ਆਪੇ ਹੈ, ਤੇ ਮਸੂਰਤ ਸਲਾਹ ਕਰਨ ਵਾਲਾ ਵੀ ਆਪਣੇ ਆਪ ਦੇ ਨਾਲ ਆਪ ਹੀ ਹੈ। ਕਿਉਂਕਿ ਜੋ ਕੁਝ ਵੀ ਪਰਮਾਤਮਾ ਵਾਹਿਗੁਰੂ ਨੇ ਕੀਤਾ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਦੂਜੇ ਬੰਦੇ ਦੀ ਸਲਾਹ ਲੈ ਕੇ ਨਹੀਂ ਪਰਮਾਤਮਾ ਕਰਦਾ ਹੈ। ਮਤੇ ਤੇ ਮਸੂਰਤ ਸਲਾਹਾਂ ਆਪਣੇ ਆਪ ਦੇ ਨਾਲ ਪਰਮੇਸ਼ਰ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ। ਜੋ ਕਰੇ ਸੋ ਹੋਈ। ਜਿਹੜਾ ਕੁਝ ਪਰਮਾਤਮਾ ਨੇ ਕਰੇ ਕੀਤਾ ਸੋ ਹੋਈ ਹੋਇਆ ਹੈ। ਜੋ ਕਰੇ ਕਰਦਾ ਹੋ ਰਿਹਾ ਹੈ, ਜੋ ਕਰੇ ਕਰੇਗਾ ਸੋ ਹੋਈ ਤਾਂ ਅਰਥ ਹੋਵੇਗਾ। ਤਿੰਨਾਂ ਸਮਿਆਂ ਦੇ ਅੰਦਰ ਹੀ ਪਰਮਾਤਮਾ ਵਾਹਿਗੁਰੂ ਦਾ ਕੀਤਾ ਹੋਇਆ ਜਿਹੜਾ ਕਾਰਜ ਉਹ ਸਫਲਾ ਹੁੰਦਾ, ਕੋਈ ਰੋਕਣ ਵਾਲਾ ਨਹੀਂ ਹੈ। ਤਦਹੁ ਆਕਾਸ ਨਾ ਪਾਤਾਲ ਹੈ। ਜਿਸ ਵੇਲੇ ਪਰਮਾਤਮਾ ਦਾ ਸਰੂਪ ਟਿਕਿਆ ਹੋਇਆ ਸੀ ਦੁਨੀਆ ਦੇ ਅੰਦਰ, ਤਾਂ ਸਾਧ ਸੰਗਤ ਉਸ ਵੇਲੇ ਆਕਾਸ਼ ਜਿਹੜਾ ਹੈ ਇਹ ਵੀ ਨਹੀਂ ਬਣਿਆ ਸੀ, ਨਾ ਪਾਤਾਲ ਹੈ। ਹੇਠਾਂ ਜਿਹੜੇ 42 ਲੱਖ ਜੀ ਜਲ ਮੈਂ ਹੋਤੇ ਬੀਠੁਲ ਪਹਿਲਾ ਕਾਏ ਕਰ ਹੈ। 42 ਲੱਖ ਜਿਹੜੇ ਜੀ ਪਤਾਲ ਵਿੱਚ ਵਸਦੇ ਨੇ, ਇਹ ਪਤਾਲ ਵੀ ਨਹੀਂ ਸੀ ਉਸ ਵੇਲੇ। ਨਾ ਆਕਾਸ਼ ਬਣਿਆ ਸੀ, ਨਾ ਪਤਾਲ ਬਣਿਆ ਹੈ। ਨਾ ਤ੍ਰੈ ਲੋਈ। ਜਿਹੜੇ ਤ੍ਰੈ ਤਿੰਨ ਲੋਕ ਨੇ, ਸਵਰਗ ਲੋਕ ਦੇਵਤਿਆਂ ਦਾ ਮੰਨਿਆ, ਮਾਤ ਲੋਕ ਸਾਡਾ ਮਨੁੱਖਾਂ ਦਾ, ਤੇ ਨਾਗ ਲੋਕਾਂ ਦਾ ਜਿਹੜਾ ਪਤਾਲ ਮੰਨਿਆ ਹੈ, ਇਹ ਤਿੰਨੇ ਲੋਕ ਵੀ ਉਸ ਵੇਲੇ ਨਹੀਂ ਬਣੇ ਸਨ। ਤਦਹੁ ਆਪੇ ਆਪ ਨਿਰੰਕਾਰ ਹੈ। ਉਸ ਵੇਲੇ ਕੌਣ ਸੀ ਦੁਨੀਆ ਦੇ ਅੰਦਰ, ਇਹ ਸਾਰੇ ਬ੍ਰਹਮੰਡਾਂ ਖੰਡਾਂ ਦੇ ਅੰਦਰ, ਤੇ ਆਪੇ ਆਪ ਨਿਰੰਕਾਰ ਹੈ।
ਜਿਹੜਾ ਨਿਰੰਕਾਰ ਮਾਇਕੀ ਆਕਾਰਾਂ ਤੋਂ ਰਹਿਤ ਸੁੱਧ ਸਰੂਪ ਪਰਮਾਤਮਾ ਉਹ ਆਪ ਹੀ ਜੁੜਿਆ ਹੋਇਆ ਸੀ ਆਪਣੇ ਸਰੂਪ ਦੇ ਵਿੱਚ। ਨਾ ਓਪਤ ਹੋਈ। ਓਪਤ ਦਾ ਅਰਥ ਹੈ ਉਤਪਤੀ। ਉਸ ਵੇਲੇ ਕਿਸੇ ਜੀਵ ਨੂੰ ਨਹੀਂ ਸਾਜਿਆ ਸੀ, ਕਿਸੇ ਦੇਵਤੇ ਨੂੰ ਨਹੀਂ ਬਣਾਇਆ ਸੀ, ਕਿਸੇ ਦੈਂਤ ਦੀ ਪੈਦਾਇਸ਼ ਨਹੀਂ ਕੀਤੀ ਸੀ। ਪਰਮਾਤਮਾ ਨੇ ਆਪ ਹੀ ਆਪਣੀ ਸਮਾਧੀ ਦੇ ਅੰਦਰ ਟਿਕਿਆ ਹੋਇਆ। ਜਿਉ ਤਿਸ ਭਾਵੈ ਤਿਵੈ ਕਰੇ। ਜਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਨੂੰ ਭਾਵੈ ਭਾਉਂਦਾ ਹੈ, ਤਿਵੈ ਕਰੇ ਉਸੇ ਤਰ੍ਹਾਂ ਕਰੇ ਕਰਦਾ ਹੈ। ਜਿਵੇਂ ਭਾਇਆ ਉਵੇਂ ਕੀਤਾ ਪਰਮਾਤਮਾ ਨੇ, ਜਿਵੇਂ ਭਾਉਂਦਾ ਕਰਦਾ ਹੈ। ਜਿਵੇਂ ਉਹਨੂੰ ਭਾਵੇਗਾ ਚੰਗਾ ਲੱਗੇਗਾ, ਆਉਣ ਵਾਲੇ ਭਵਿੱਖਤ ਸਮੇਂ ਦੇ ਅੰਦਰ ਉਹੀ ਹੋਣਾ ਕਰੇਗਾ। ਤਿਸ ਬਿਨ ਅਵਰ ਨਾ ਕੋਈ। ਤਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਅਵਰ ਹੋਰ ਕਿਸੇ ਸਥਾਨ ਦੇ ਵਿੱਚ ਦੂਜਾ ਕੋਈ ਵੀ ਨਹੀਂ ਹੈ। ਜਿੱਥੇ ਵੀ ਵੇਖਣਾ ਕਰੀਏ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਧਰਤੀ ਦੇ ਵਿੱਚ, ਆਕਾਸ਼ਾਂ ਦੇ ਅੰਦਰ ਇੱਕ ਪਰਮਾਤਮਾ ਦੀ ਜਿਹੜੀ ਜੋਤ ਹੈ। ਜਲੇ ਹਰੀ ਥਲੇ ਹਰੀ, ਸਾਰਿਆਂ ਪਾਣੀਆਂ ਅੰਦਰ, ਪਾਣੀ ਦੀ ਬੂੰਦ ਬੂੰਦ ਦੇ ਵਿੱਚ, ਮਿੱਟੀ ਦੇ ਕਿਣਕੇ ਕਿਣਕੇ ਦੇ ਅੰਦਰ ਪਰਮਾਤਮਾ ਦੀ ਜੋਤ ਜਿਹੜੀ ਸਮਾਈ ਹੋਈ ਹੈ। ਇਹ ਸਾਰਾ ਜਿੰਨਾ ਵੀ ਪਸਾਰਾ ਹੈ, ਜਿੰਨੀ ਖੇਡ ਹੈ, ਜਿੰਨਾ ਕੌਤਕ ਹੈ ਦੁਨੀਆ ਦਾ, ਪਰਮਾਤਮਾ ਨੇ ਆਪਣੇ ਆਪ ਤੋਂ ਹੀ ਪੈਦਾ ਕੀਤਾ। ਅਨ ਮਤਾਂ ਦੇ ਅੰਦਰ ਕੋਈ ਕੁਝ ਮੰਨੀ ਜਾਂਦਾ, ਵਿਗਿਆਨੀ ਕੁਝ ਹੋਰ ਮੰਨੀ ਜਾਂਦੇ ਨੇ ਵੀ ਸੰਸਾਰ ਇਸ ਤਰ੍ਹਾਂ ਬਣਿਆ। ਕੋਈ ਕਹਿੰਦਾ ਜੀ ਅੰਡਾ ਟੁੱਟਿਆ, ਉਹਦੇ ਤੋਂ ਬ੍ਰਹਿਮੰਡ ਬਣੇ ਨੇ। ਕੋਈ ਕਹਿੰਦਾ ਸਾਧ ਸੰਗਤ ਜੀ ਇਹ ਦੁਨੀਆ ਜਿਹੜੀ ਹੈ ਇਹ ਮਨੁੱਖ ਜਿਹੜੇ ਬੰਦਰਾਂ ਤੋਂ ਬਣੇ ਹਨ, ਵਿਗਿਆਨ ਮੰਨਦੀ ਹੈ। ਪਰੰਤੂ ਜਿਹੜੀ ਗੁਰੂ ਨਾਨਕ ਨਿਰੰਕਾਰ ਦੀ ਪਾਵਨ ਬਾਣੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ। ਪ੍ਰਥਮੈ ਓੰਕਾਰ ਤਿਨ ਕਹਾ, ਸੋ ਤੁਨ ਪੂਰ ਜਗਤ ਮੋ ਰਹਾ। ਓੰਕਾਰ ਨਾਮ ਦੇ ਵਿੱਚੋਂ ਹੀ, ਇਹ ਧੁਨੀ ਵਿੱਚੋਂ ਦੁਨੀਆ ਪੈਦਾ ਹੋਈ ਹੈ। ਇਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਓ ਹੁਣ ਜਿਹੜੀ ਲੜੀਵਾਰ ਕਥਾ ਪਾਵਨ ਸਥਾਨਾਂ ਤੇ ਚੱਲ ਰਹੀ, ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਵਿਚਾਰਨਾ ਕਰੀਏ ਜੀ। ਕਵਨ ਕਾਜ ਸਿਰਜੇ ਜਗ ਭੀਤਰ। ਭਗਤ ਕਬੀਰ ਸਾਹਿਬ ਜੀ ਦੀ ਇਹ ਜਿਹੜੀ ਪਾਵਨ ਬਾਣੀ ਰਾਮਕਲੀ ਰਾਗ ਦੇ ਅੰਦਰ ਚੱਲ ਰਹੀ ਹੈ, ਤੇ ਇਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਨਿਮਰਤਾ ਵਿੱਚ ਆ ਕੇ ਬੇਨਤੀਆਂ ਕਰਨ ਦਾ ਢੰਗ ਸਾਨੂੰ ਦੱਸਿਆ ਹੈ ਕਿ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਜੀਵ, ਉਹਦੇ ਅੱਗੇ ਜੁੜਿਆ ਕਰ, ਹੱਥ ਜੋੜ ਕੇ ਬੇਨਤੀਆਂ ਕਰਿਆ ਕਰ। ਕੀ ਕਹਿਣਾ ਬੇਨਤੀ ਵਿੱਚ? ਕਵਨ ਕਾਜ ਸਿਰਜੇ ਜਗ ਭੀਤਰ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਕਵਨ ਕਿਹੜੇ ਕੰਮਾਂ ਦੇ ਵਾਸਤੇ, ਕਿਹੜੇ ਕਾਜ ਕਰਨ ਵਾਸਤੇ, ਕਿਹੜੇ ਕਰਤੱਵ ਕਰਨ ਵਾਸਤੇ ਸਾਨੂੰ ਜੀਵਾਂ ਨੂੰ ਦੁਨੀਆ ਦੇ ਅੰਦਰ ਸਿਰਜਣਾ ਕੀਤਾ ਹੈ। ਕਾਦੇ ਲਈ ਬੰਦੇ ਨੂੰ ਸਿਰਜਿਆ ਸੀ? ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ, ਉਹਦਾ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਲੀਨ ਹੋਣ ਵਾਸਤੇ। ਕੱਲੇ ਧੰਦੇ ਜਿਹੜੇ ਕਰਤੱਵ ਨੇ ਤੇ ਬਾਕੀ ਜੂਨਾਂ ਵੀ ਕਰੀ ਜਾਂਦੀਆਂ ਨੇ। ਬੰਦਾ ਓਨੇ ਕੰਮ ਨਹੀਂ ਕਰਦਾ ਜਿੰਨੇ ਬਾਕੀ ਜੂਨਾਂ ਕਰਦੀਆਂ ਨੇ। ਹਾਥੀ, ਘੋੜੇ, ਬੈਲ ਕਿੰਨਾ ਕਿੰਨਾ ਵਜਨ ਢੋਂਦੇ ਪਏ ਨੇ ਤੇ ਕਿੰਨਾ ਉਹ ਵਜਨ ਖਿੱਚਦੇ ਨੇ, ਕਿੰਨਾ ਉਹਨਾਂ ਦਾ ਜ਼ੋਰ ਲੱਗਦਾ ਪਿਆ। ਧੰਦੇ ਤਾਂ ਉਹਨਾਂ ਦੇ ਬੜੇ ਕਮਾਲ ਦੇ ਹਨ। ਬੰਦਾ ਸੋਚਦਾ ਵੀ ਜੀ ਧੰਦੇ ਹੀ ਕਰਨੇ ਚਾਹੀਦੇ ਨੇ, ਤੇ ਜੇ ਧੰਦਾ ਕਰਾਂਗੇ ਤੇ ਸਾਰਾ ਕੁਝ ਹੀ ਸਫਲਾ ਹੋ ਜਾਣਾ। ਇਹਨਾਂ ਦੁਨੀਆ ਦੇ ਧੰਦਿਆਂ ਵਿੱਚ ਲਾ ਕੇ ਉਹ ਧੰਦਾ ਛੱਡ ਦਿੱਤਾ ਜਿਹੜਾ ਗੁਰੂ ਨੇ ਕਿਹਾ ਸੀ ਪਰਮਾਤਮਾ ਦਾ ਸਿਮਰਨ ਕਰਨਾ। ਕਵਨ ਕਾਜ, ਕਿਹੜੇ ਕੰਮਾਂ ਦੇ ਵਾਸਤੇ ਸਾਡੀ ਸਿਰਜਣਾ ਕੀਤੀ ਸੀ ਦੁਨੀਆ ਦੇ ਅੰਦਰ? ਨਾਮ ਜਪਣਾ ਸੀ, ਸਿਮਰਨ ਕਰਨਾ ਸੀ, ਬਾਣੀ ਪੜ੍ਹਨੀ ਸੀ, ਤੇ ਦੁਨੀਆ ਵਿੱਚ ਪਰਉਪਕਾਰ ਦੇ, ਨੇਕੀ ਦੇ, ਭਲਾਈ ਦੇ ਕਾਰਜ ਕਰਨੇ ਸਨ। ਇਹ ਕੋਈ ਵੀ ਕੰਮ ਜਿਹੜਾ ਹੈ ਜੀਵ ਦੇ ਪਾਸੋਂ ਹੋਣਾ ਨਹੀਂ ਕੀਤਾ। ਇਸ ਲਈ ਬੇਨਤੀ ਕਰੀਏ, ਮਹਾਰਾਜ ਤੁਸੀਂ ਕਿਹੜੇ ਕੰਮਾਂ ਵਾਸਤੇ ਦੁਨੀਆ ਅੰਦਰ ਸਾਨੂੰ ਭੇਜਣਾ ਕੀਤਾ, ਸਾਡੀ ਸਿਰਜਣਾ ਕੀਤੀ ਹੈ? ਜਨਮ ਕਵਨ ਫਲ ਪਾਇਆ। ਇਹ ਜਿਹੜਾ ਮਨੁੱਖਾ ਜਨਮ ਸੀ ਤੁਸਾਂ ਨੇ ਦਿੱਤਾ, 84 ਲੱਖ ਜੂਨਾਂ ਦੀ ਸਰਦਾਰੀ ਹੈ ਮਨੁੱਖਾ ਜਨਮ। ਇਹ ਮਨੁੱਖਾ ਜਨਮ ਤੁਸਾਂ ਦਿੱਤਾ ਸੀ, ਇਹਦੇ ਵਿੱਚ ਆ ਕੇ ਅਸੀਂ ਕਵਨ ਫਲ ਪਾਇਆ। ਕਿਹੜਾ ਫਲ ਪਾਇਆ ਹੈ? ਨਾ ਤਾਂ ਸਾਧ ਸੰਗਤ ਜੀ ਸਾਡੇ ਕੋਲ ਗਿਆਨ ਦਾ ਫਲ ਮਿਲਿਆ,
ਨਾ ਅਸੀਂ ਮੁਕਤੀ ਦਾ ਫਲ ਪਾ ਸਕੇ, ਨਾ ਪਰਮੇਸ਼ਰ ਦੇ ਕੋਲੋਂ ਨਾਮ ਦਾ ਫਲ ਝੋਲੀ ਵਿੱਚ ਪਵਾ ਸਕੇ, ਨਾ ਭਗਤੀ ਦਾ ਫਲ ਗੁਰੂ ਦੇ ਕੋਲੋਂ ਲੈ ਸਕੇ ਹਾਂ। ਇਹ ਕਿਹੜਾ ਫਲ ਅਸੀਂ ਪ੍ਰਾਪਤ ਕੀਤਾ? ਭਾਵ ਕੁਝ ਵੀ ਨਹੀਂ ਖੱਟਿਆ ਸੀ ਜੀਵਾਂ ਨੇ, ਮਨੁੱਖਾ ਜਨਮ ਆਪਣਾ ਬਿਰਥਾ ਗਵਾ ਲਿਆ ਹੈ। ਭਾਵ ਨਿਧ ਤਰਨ ਤਾਰਨ ਚਿੰਤਾ ਮਨ। ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਭਾਵ ਨਿਧ ਦਾ ਅਰਥ ਹੈ ਸੰਸਾਰ ਸਮੁੰਦਰ ਤੋਂ ਤਾਰਨ ਦੇ ਵਾਸਤੇ, ਤਰਨ ਜਹਾਜ਼ ਦੀ ਨਿਆਈ ਹੈ। ਪਰਮਾਤਮਾ ਵਾਹਿਗੁਰੂ ਜਹਾਜ਼ ਦੀ ਨਿਆਈ, ਪਰਮੇਸ਼ਰ ਦਾ ਨਾਮ ਜਹਾਜ਼ ਦੀ ਨਿਆਈ ਹੈ। ਅਸੀਂ ਰੋਜ਼ਾਨਾ ਕਹਿੰਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜਿਹੜਾ ਜੀਵ ਆਪਣੀ ਬੁੱਧੀ ਨੂੰ ਸਵਾਰ ਕਰ ਲੈਂਦਾ ਉਸ ਨਾਮ ਦੇ ਜਹਾਜ਼ ਤੇ, ਸੰਸਾਰ ਤੋਂ ਪਾਰ ਉਤਰ ਜਾਂਦਾ। ਭਾਵ ਨਿਧ ਸੰਸਾਰ ਸਮੁੰਦਰ ਜਿਹੜਾ ਹੈ, ਇਸ ਨੂੰ ਤਾਰਨ ਦੇ ਵਾਸਤੇ ਆਪ ਜੀ ਤਰਨ ਜਹਾਜ਼ ਦੀ ਨਿਆਈ ਹੋ। ਤੇ ਚਿੰਤਾ ਮਨ ਦਾ ਅਰਥ ਜੀਵ ਦੇ ਮਨ ਦੀਆਂ ਚਿੰਤਾਵਾਂ ਦੀ ਤੁਸੀਂ ਪੂਰਤੀ ਕਰਨ ਵਾਲੇ ਹੋ। ਇੱਕ ਨਿਮਖ ਨਾ ਇਹੋ ਮਨ ਲਾਇਆ। ਇਸ ਤਰ੍ਹਾਂ ਦੇ ਨਾਲ ਅਸਾਂ ਦਾ ਜਿਹੜਾ ਜੀਵਨ ਇਸ ਪ੍ਰਕਾਰ ਦਾ ਬਣ ਚੁੱਕਿਆ ਹੈ, ਇੱਕ ਨਿਮਖ ਮਾਤਰ ਵੀ ਇਹ ਜਿਹੜਾ ਮਨ ਹੈ ਉਸ ਪਰਮਾਤਮਾ ਤੇਰੇ ਸਰੂਪ ਦੇ ਨਾਲ ਨਹੀਂ ਲਾਉਣਾ ਕੀਤਾ। ਤੁਸੀਂ ਸੰਸਾਰ ਤੋਂ ਪਾਰ ਕਰਨ ਵਾਲੇ, ਚਿੰਤਾ ਦੀ ਪੂਰਤੀ ਕਰਨ ਵਾਲੇ ਹੋ, ਮਨ ਦੀਆਂ ਚਿੰਤਾਵਾਂ ਦੂਰ ਕਰਨ ਵਾਲੇ। ਅਸੀਂ ਜੀਵਾਂ ਨੇ ਇੱਕ ਨਿਮਖ ਮਾਤਰ, ਨਿਮਖ ਹੁੰਦਾ ਹੈ ਬਹੁਤ ਥੋੜਾ ਸਮਾਂ, ਅੱਖ ਖੋਲਣ ਤੇ ਮੀਚਣ ਦੇ ਸਮੇਂ ਦੇ ਵਿੱਚ ਕਈ ਜਿਹੜੇ ਨਿਮਖਾਂ ਦਾ ਸਮਾਂ ਲੰਘ ਜਾਂਦਾ। ਥੋੜੇ ਤੋਂ ਥੋੜਾ ਸਮਾਂ ਵੀ ਆਪਣਾ ਮਨ ਨਹੀਂ ਜੋੜਿਆ ਤੁਹਾਡੇ ਨਾਲ। ਗੋਬਿੰਦ ਹਮ ਐਸੇ ਅਪਰਾਧੀ। ਗੋਬਿੰਦ ਦਾ ਅਰਥ ਹੈ ਪਰਮਾਤਮਾ ਵਾਹਿਗੁਰੂ। ਗੋ ਜਿਹੜਾ ਹੈ ਪ੍ਰਿਥਵੀ ਦੀ ਬਿੰਦ ਰਾਖੀ ਕਰਨ ਵਾਲਾ ਰਖਵਾਲਾ ਪਰਮੇਸ਼ਰ ਹੈ। ਗੋ ਵੇਦਾਂ ਕਰਕੇ, ਗਿਆਨ ਦੇ ਗ੍ਰੰਥਾਂ ਕਰਕੇ ਬਿੰਦ ਜਾਣਨੇ ਯੋਗ ਪਰਮਾਤਮਾ। ਗੋ ਇੰਦਰੀਆਂ ਦਾ ਜਿਹੜਾ ਪ੍ਰਕਾਸ਼ਕ ਹੈ ਪਰਮਾਤਮਾ, ਉਹਦੇ ਅੱਗੇ ਬੇਨਤੀ ਕਰੀਏ ਹਮ ਐਸੇ ਅਪਰਾਧੀ। ਮਹਾਰਾਜ ਅਸੀਂ ਤਾਂ ਇਹੋ ਜਿਹੇ ਅਪਰਾਧੀ ਪਾਪੀ ਜੀਵ ਹਾਂ, ਗੁਨਾਹੀ ਜੀਵ ਹਾਂ, ਔਗਣਾਂ ਦੇ ਭਰੇ ਹੋਏ ਹਾਂ। ਜਿਨ ਪ੍ਰਭ ਜੀਓ ਪਿੰਡ ਥਾ ਦੀਆ। ਜਿਸ ਪ੍ਰਭੂ ਪਰਮਾਤਮਾ ਜੀ ਤੁਸਾਂ ਨੇ ਸਾਡੇ ਤੇ ਏਡੀ ਕਿਰਪਾ ਕਰ ਦਿੱਤੀ ਸੀ। ਜੀਓ ਦਾ ਅਰਥ ਸਾਨੂੰ ਸੂਖਮ ਸਰੀਰ ਤੁਸਾਂ ਨੇ ਦਿੱਤਾ, ਤੇ ਪਿੰਡ ਦਾ ਅਰਥ ਸਾਨੂੰ ਸਥੂਲ ਸਰੀਰ ਦਿੱਤਾ ਹੈ। ਤਿੰਨ ਤਿੰਨ ਦੇਹਾਂ ਨੇ ਹਰ ਕਿਸੇ ਜੀਵ ਦੇ ਕੋਲ। ਬਾਹਰਲਾ ਹੱਡ ਚੰਮ ਦਾ ਸਰੀਰ 3.5 ਮਣ ਦੇਹੁਰੀ ਚੱਲੈ ਪਾਣੀ ਅੰਨ ਪਾਣੀ ਨਾਲ ਚੱਲਣ ਵਾਲੀ ਇਹ ਸਥੂਲ ਦੇਹੀ ਹੈ ਸਾਡੀ। ਇਹਦੇ ਅੰਦਰ ਸਾਧ ਸੰਗਤ ਜੀ ਸੂਖਮ ਸਰੀਰ, ਜਿਵੇਂ ਪਹਿਲਾਂ ਆਪ ਜੀ ਨੂੰ ਦੱਸਿਆ 17 ਸੂਖਮ ਤੱਤਾਂ ਦਾ, ਤੇ ਇੱਕ ਇਹਦੇ ਅੰਦਰ ਕਾਰਨ ਸਰੀਰ ਹੈ ਜੀਵ ਦੇ ਕੋਲ। ਕਾਰਨ ਸਰੀਰ ਅਵਿਦਿਆ ਦਾ ਹੈ। ਇਹ ਜਦੋਂ ਗਿਆਨ ਪ੍ਰਗਟ ਹੁੰਦਾ ਅਵਿਦਿਆ ਨਾਸ ਹੋ ਜਾਂਦੀ ਹੈ ਤੇ ਇਹ ਕਾਰਨ ਸਰੀਰ ਖਤਮ ਹੋ ਜਾਂਦਾ। ਇਹ ਤਿੰਨ ਤਿੰਨ ਸਰੀਰ ਦਿੱਤੇ ਨੇ ਹਰ ਕਿਸੇ ਜੀਵ ਨੂੰ ਪਰਮਾਤਮਾ ਨੇ। ਜਿਨ ਪ੍ਰਭ ਜੀਓ ਪਿੰਡ ਥਾ ਦੀਆ। ਜਿਸ ਪਰਮਾਤਮਾ ਨੇ ਜੀਓ ਸੂਖਮ ਸਰੀਰ, ਕਾਰਨ ਸਰੀਰ ਤੇ ਪਿੰਡ ਸਥੂਲ ਸਰੀਰ ਦੀਆ ਥਾ ਦਾ ਅਰਥ ਹੈ ਸੀ। ਜਿਸ ਪਰਮਾਤਮਾ ਨੇ ਇਹ ਮਨੁੱਖਾ ਸਰੀਰ ਤੈਨੂੰ ਦਿੱਤਾ ਸੀ। ਜਿਸ ਕੀ ਭਾਉ ਭਗਤ ਨਹੀਂ ਸਾਧੀ। ਇਸ ਪਰਮਾਤਮਾ ਦੀ ਜਿਹੜੀ ਭਗਤੀ ਕਰਨੀ ਸੀ, ਸਾਧੀ ਦਾ ਅਰਥ ਕਰਨੀ, ਸਾਧਨਾ ਕਰਨੀ ਸੀ ਭਗਤੀ ਕਰਦਿਆਂ ਹੋਇਆਂ, ਤੇ ਉਹ ਭਾਉ ਭਗਤ ਜਿਹੜੀ ਪ੍ਰੇਮਾ ਭਗਤੀ ਤੂੰ ਕਰਨਾ ਨਹੀਂ ਕੀਤੀ ਹੈ। ਭਗਤੀ ਤਾਂ ਬੜੇ ਲੋਕ ਕਰਦੇ ਨੇ। ਕੋਈ ਸਾਧ ਸੰਗਤ ਪਰਮੇਸ਼ਰ ਦੇ ਨਾਮ ਦੇ ਉੱਤੇ ਪ੍ਰਸ਼ਾਦਾ ਮੰਗਦਾ ਫਿਰਦਾ, ਉਹ ਪ੍ਰਸ਼ਾਦੇ ਦਾ ਭਗਤ ਹੋ ਸਕਦਾ। ਕੋਈ ਵਸਤਰ ਮੰਗਦਾ ਪਰਮਾਤਮਾ ਦੇ ਨਾਮ ਤੇ, ਵਸਤਰਾਂ ਦਾ ਭਗਤ। ਕੋਈ ਮਾਇਆ ਮੰਗਦਾ, ਮਾਇਆ ਦਾ ਭਗਤ ਹੋ ਸਕਦਾ। ਪਰਮਾਤਮਾ ਦਾ ਭਗਤ ਕੋਈ ਵਿਰਲਾ ਹੈ ਦੁਨੀਆ ਦੇ ਅੰਦਰ, ਜਿਹੜਾ ਨਰੋਲ ਵਾਹਿਗੁਰੂ ਦੀ ਨਿਸ਼ਕਾਮ ਕਰਮਾਂ ਦੇ ਸਦਕਾ ਭਗਤੀ ਕਰਦਾ ਹੈ। ਕੋਈ ਇੱਛਾ ਨਹੀਂ, ਕੋਈ ਕਾਮਨਾ ਨਹੀਂ ਮਨ ਵਿੱਚ ਰੱਖਦਾ। ਐਸੀ ਜਿਹੜੀ ਭਾਵ ਭਗਤੀ ਪ੍ਰੇਮਾ ਭਗਤੀ ਹੈ, ਅਸਾਂ ਨੇ ਕਰਨਾ ਨਹੀਂ ਕੀਤੀ, ਸਾਧਨਾ ਨਹੀਂ ਕੀਤੀ ਹੈ। ਰਹਾਉ ਵਿਸਰਾਮ ਦੇ ਕਰਕੇ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ। ਪਰ ਧਨ ਪਰ ਦੀ ਨਿੰਦਾ। ਜੀਵ ਦਾ ਸੁਭਾਅ ਕਿਹੋ ਜਿਹਾ ਬਣ ਚੁੱਕਿਆ ਹੈ। ਪਰ ਧਨ, ਇਹ ਪਰਾਏ ਦੇ ਧਨ ਨੂੰ ਵੇਖਦਾ ਤੇ ਉਹਨੂੰ ਚੁਰਾਉਣ ਦੇ ਯਤਨ ਕਰਦਾ ਹੈ। ਆਪਣੇ ਕੋਲ ਚਾਹੇ ਲੱਖਾਂ ਕਰੋੜਾਂ ਹੋਣ ਤੇ ਤਾਂ ਵੀ ਦੂਸਰੇ ਦੇ ਵੱਲ ਤੱਕਦਾ ਵੀ ਹੋਰ ਧਨ ਮਿਲ ਜਾਵੇ।
ਤੇ ਪਰ ਤਨ ਦਾ ਅਰਥ ਹੈ ਪਰਾਏ ਤਨਾਂ ਦੇ ਨਾਲ ਜਿਹੜਾ ਵਿਭਚਾਰ ਕਰਦਾ ਹੈ, ਜਾਂ ਤਨ ਦਾ ਅਰਥ ਪੁੱਤਰ ਵੀ ਕੀਤਾ ਜਾਂਦਾ ਕਿ ਪਰ ਤਨ ਪਰਾਏ ਦੇ ਤਨ ਜਿਹੜੇ ਪੁੱਤਰ ਨੇ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਣ ਦੀ ਇੱਛਾ ਰੱਖਦਾ ਵੀ ਮੇਰੇ ਇਸ ਪ੍ਰਕਾਰੇ ਚੇਲੇ ਬਣ ਜਾਣ, ਮੇਰੇ ਸਿੱਖੀ ਸੇਵਕੀ ਦੁਨੀਆ ਵਿੱਚ ਬਣ ਜਾਵੇ। ਇਸ ਲਈ ਪਰਾਇਆ ਧਨ ਚਰਾਉਂਦਾ, ਪਰਾਏ ਤਨਾਂ ਨੂੰ ਵਿਭਚਾਰ ਦੇ ਵਾਸਤੇ ਵਰਤਦਾ ਹੈ। ਪਰ ਤੀ ਨਿੰਦਾ, ਪਰ ਜਿਹੜੀ ਪਰਾਈ ਤ੍ਰੀਮਤ ਹੈ ਉਹਦੇ ਨਾਲ ਵਿਕਾਰ ਭੋਗਦਾ ਹੈ। ਤੇ ਨਿੰਦਾ ਦਾ ਅਰਥ ਪਰਾਏ ਦੂਜਿਆਂ ਦੀ ਨਿੰਦਿਆ ਕਰੀ ਜਾਂਦਾ, ਜਿਹੜੀ ਅਣਹੋਈ ਬਾਤ ਨੂੰ ਹੋਈ ਕਰਕੇ ਦੱਸਣਾ ਇਹ ਨਿੰਦਿਆ ਹੈ। ਇਹ ਔਗਣ ਜੀਵ ਦੇ ਵਿੱਚ ਪਏ ਹੋਏ ਹਨ। ਪਰ ਅਪਵਾਦ ਨਾ ਛੂਟੈ, ਪਰ ਪਰਾਏ ਮਨੁੱਖ ਦੇ ਨਾਲ ਅਪਵਾਦ ਦਾ ਅਰਥ ਹੈ ਬੁਰੇ ਸ਼ਬਦ ਬੋਲ ਕਰਕੇ ਝਗੜੇ ਪਾ ਲੈਂਦਾ, ਲੜਾਈਆਂ ਕਰੀ ਜਾਂਦਾ, ਕਲੇਸ਼ ਕਰਦਾ ਹੈ। ਅਪਵਾਦ ਜਿਹੜਾ ਹੈ ਐਸੇ ਇਹਨਾਂ ਵਿਕਾਰਾਂ ਤੋਂ ਜੀਵ ਕਦੇ ਵੀ ਛੁੱਟਦਾ ਨਹੀਂ ਹੈ, ਝਗੜਿਆਂ ਦੇ ਵੱਲੋਂ ਕਦੇ ਛੁਟਕਾਰਾ ਨਹੀਂ ਪਾਇਆ। ਆਵਾਗਮਨ ਹੋਤ ਹੈ ਫੁਨ ਫੁਨ, ਇਹੋ ਜਿਹਾ ਜੀਵਨ ਵਰਣ ਕਰਕੇ ਵਿਕਾਰਾਂ ਵਿੱਚ ਖਾਚਿਤ ਹੋਣ ਕਰਕੇ ਆਵਾ ਇਹ ਜਨਮ ਲੈ ਕਰਕੇ ਆਉਂਦਾ ਹੈ ਜੀਵ, ਮਰ ਕਰਕੇ ਗਵਨ ਚਲਿਆ ਜਾਂਦਾ ਹੈ। ਇੱਕ ਵਾਰੀ ਮਰਦਾ ਇੱਕ ਵਾਰੀ ਜੰਮਦਾ। ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ, ਆਵਾ ਗਵਨ ਹੋਤ ਹੈ ਫੁਨ ਫੁਨ। ਫੁਨ ਦਾ ਅਰਥ ਹੈ ਮੁੜ ਮੁੜ ਕੇ ਜੰਮਦਾ ਤੇ ਮੁੜ ਮੁੜ ਕੇ ਮਰਦਾ ਹੈ। ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜੰਮਦੇ ਮਰਦੇ ਦਾ ਇਸ ਪ੍ਰਕਾਰੇ ਜੀਵਨ ਗੁਜ਼ਰੀ ਜਾਂਦਾ। ਇਹੋ ਪ੍ਰਸੰਗ ਨਾ ਟੂਟਾ, ਇਹ ਜਿਹੜਾ ਐਸਾ ਪ੍ਰਸੰਗ ਹੈ ਸਾਧ ਸੰਗਤ ਜੀ, ਇਹ ਕਦੇ ਵੀ ਨਾ ਟੁੱਟੈ, ਟੁੱਟਦਾ ਨਹੀਂ ਹੈ, ਲਗਾਤਾਰ ਹੀ ਜੰਮਣ ਮਰਨ ਵਿੱਚ ਪਿਆ ਰਹਿੰਦਾ। ਜਿਹ ਘਰ ਕਥਾ ਹੋਤ ਹਰ ਸੰਤਨ, ਜਿਹੜਾ ਘਰ ਗੁਰੂ ਦਾ ਸਾਧ ਸੰਗਤ ਹੈ, ਜਿਸ ਵਿੱਚ ਪਰਮਾਤਮਾ ਦੇ ਪਿਆਰੇ ਸਿਮਰਨ ਕਰਨ ਵਾਲੇ ਸ਼ਾਂਤ ਆਤਮਾ ਸੰਤ ਜਨ ਹਰੀ ਦੀ ਕਥਾ ਕਰਦੇ ਨੇ। ਕਥਾ ਕੀ ਹੁੰਦੀ? ਕਾ ਨਾਮ ਸੁਖ ਦਾ ਤੇ ਥਾ ਨਾਮ ਜਗਾ ਦਾ ਹੈ। ਜਿੱਥੇ ਬੈਠ ਕਰਕੇ ਸੁਖ ਦੀ ਪ੍ਰਾਪਤੀ ਕਰਵਾਉਣ ਵਾਲੀ ਵਿਚਾਰ ਹੋਵੇ ਉਹਨੂੰ ਕਥਾ ਕਹਿੰਦੇ ਨੇ। ਜਿਹੜੀ ਗੁਰੂ ਦੀ ਸਾਧ ਸੰਗਤ ਰੂਪੀ ਘਰ ਦੇ ਅੰਦਰ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਭਗਤ ਪਰਮਾਤਮਾ ਦੇ ਸਰੂਪ ਦੇ ਨਿਰਣੇ ਕਰਨ ਦੀ ਕਥਾ ਕਰਦੇ ਹਨ। ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਜੀ ਇੱਕ ਨਿਮਖ ਮਾਤਰ ਵੀ ਉਹ ਗੁਰੂ ਦੇ ਸਾਧ ਸੰਗਤ ਰੂਪੀ ਘਰ ਦੇ ਅੰਦਰ ਮੈਂ ਫੇਰਾ ਨਹੀਂ ਪਾਉਣਾ ਕੀਤਾ। ਜਿੱਥੇ ਕਥਾ ਚੱਲਦੀ ਪਰਮਾਤਮਾ ਦੀ ਉੱਥੇ ਜਾਣਾ ਹੀ ਨਹੀਂ ਕੀਤਾ। ਲੰਪਟ ਚੋਰ ਦੂਤ ਮਤਵਾਰੇ, ਇਸ ਤਰ੍ਹਾਂ ਜੀਵ ਦਾ ਜਿਹੜਾ ਇਹ ਜੀਵਨ ਹੈ ਤੇ ਸਾਧ ਸੰਗਤ ਬੰਦਾ ਕਰਦਾ ਕੀ ਹੈ, ਕਿਹਦੇ ਨਾਲ ਮਿੱਤਰਤਾ ਕਰਦਾ ਹੈ? ਲੰਪਟ ਨਾਮ ਜਿਹੜੇ ਕੋਈ ਬਕਾਰੀ ਹਨ, ਵਿਭਚਾਰੀ ਲੋਕ ਨੇ, ਬਕਾਰਾਂ ਵਿੱਚ ਖਾਚਿਤ ਨੇ, ਉਹਨਾਂ ਨਾਲ ਦੋਸਤੀ ਕਰਦਾ। ਜਿਹੜੇ ਕਿਸੇ ਦਾ ਧਨ ਚੁਰਾਉਣ ਵਾਲੇ ਚੋਰ ਬੰਦੇ, ਚੋਰਾਂ ਨਾਲ ਮਿੱਤਰਤਾ ਕਰੀ ਬੈਠਾ। ਤੇ ਦੂਤ ਮਤਵਾਰੇ, ਦੂਤ ਦਾ ਅਰਥ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਮਦੂਤਾਂ ਦੀ ਨਿਆਈ ਦੁੱਖ ਦੇਣ ਵਾਲੇ ਨੇ, ਇਹਨਾਂ ਨਾਲ ਮਿੱਤਰਤਾ ਕਰ ਲਈ। ਮਤਵਾਰੇ ਦਾ ਅਰਥ ਜਿਹੜੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਣ ਵਾਲੇ ਸ਼ਰਾਬੀ ਬੰਦੇ ਨੇ, ਉਹਨਾਂ ਨਾਲ ਪ੍ਰੇਮ ਕਰਦਾ ਹੈ। ਇਹ ਸਾਡੀ ਹਾਲਤ ਹੋ ਗਈ, ਕਦੇ ਸ਼ਰਾਬੀਆਂ ਦੀ ਸੰਗਤ ਵਿੱਚ ਮਿੱਤਰਤਾ, ਕਦੇ ਬਕਾਰਾਂ ਦੇ ਨਾਲ ਮਿੱਤਰਤਾ, ਕਦੇ ਚੋਰਾਂ ਨਾਲ, ਕਦੇ ਲੰਪਟ ਬਸ਼ਈਆਂ ਦੀ ਸੰਗਤ ਵਿੱਚ ਜਾ ਕੇ ਬੈਠਦਾ ਹੈ। ਤਿਨ ਸੰਗ ਸਦਾ ਬਸੇਰਾ, ਇਹਨਾਂ ਦੇ ਨਾਲ ਜੀਵ ਦਾ ਸਦਾ ਹਮੇਸ਼ਾ ਵਾਸਤੇ ਬਸੇਰਾ ਕਹੀਏ ਵਾਸਾ ਹੈ। ਇਹਨਾਂ ਦੀ ਸੰਗਤ ਤੋਂ ਕਦੇ ਦੂਰ ਨਹੀਂ ਜਾਂਦਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਜਿਹੜਾ ਕਾਮ ਹੈ ਜੀਵ ਨੂੰ ਭਟਕਾਉਣ ਵਾਲਾ, ਤੇ ਕ੍ਰੋਧ ਜਿਹੜਾ ਹੈ ਅੰਦਰ ਗੁੱਸੇ ਦੀ ਭਾਵਨਾ ਬਣੀ ਹੋਈ, ਤੇ ਇਹਦੇ ਵਿੱਚ ਲੰਪਟ ਹੈ ਜੀਵ। ਤੇ ਮਾਇਆ ਜਿਹੜੀ ਪਰਮੇਸ਼ਰ ਨੇ ਪੈਦਾ ਕੀਤੀ, ਜੜ ਤੇ ਚੇਤਨ ਦੋ ਤਰ੍ਹਾਂ ਦੀ, ਮਦ ਮਤਸਰ। ਤੇ ਇਸ ਪ੍ਰਕਾਰ ਮਦ ਕਹਿੰਦੇ ਨੇ ਜਿਹੜਾ ਕੋਈ ਸ਼ਰਾਬ ਦੇ ਵਿੱਚ ਆਪਣਾ ਸਨੇਹ ਕਰਦਾ ਹੈ। ਮਤਸਰ ਨਾਮ ਹੁੰਦਾ ਈਰਖਾ ਦਾ। ਇਹ ਜਿਹੜੇ ਐਸੇ ਵਿਕਾਰ ਹਨ, ਇਹਨਾਂ ਵਿੱਚ ਜੀਵ ਜਿਹੜਾ ਸਦਾ ਵਾਸਤੇ ਲੱਗਿਆ ਹੋਇਆ। ਇਹ ਸੰਪੈ ਮੋਹ ਮਾਹੀ, ਇਹ ਜਿਹੜੀ ਆਸਰੀ ਸੰਪਦਾ ਹੈ ਜੀਵਨਾਂ ਨੂੰ ਵਿਗਾੜਨ ਵਾਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੋ ਤਰ੍ਹਾਂ ਦੀ ਮਾਇਆ। ਮਦ ਹੰਕਾਰ ਜਿਹੜਾ ਮਤਸਰ ਈਰਖਾ ਹੈ, ਇਹ ਸੰਪਤਾ ਵਿਭੂਤੀ ਤੇਰੇ ਜੀਵਨ ਨੂੰ ਬਰਬਾਦ ਕਰ ਦੇਵੇਗੀ।
ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਇਹ ਮੇਰੇ ਮਨ ਦੇ ਅੰਦਰ ਵਸ ਚੁੱਕੀ ਹੈ। ਦਇਆ ਧਰਮ ਅਰ ਗੁਰ ਕੀ ਸੇਵਾ। ਜਿਹੜੇ ਚੰਗੇ ਦੈਵੀ ਗੁਣ ਨੇ, ਦਇਆ ਕਰਨੀ ਕਿਸੇ ਗਰੀਬ ਨੂੰ ਜਾਣ ਕਰਕੇ, ਤੇ ਕਿਸੇ ਸਾਧ ਸੰਗਤ ਕੋਈ ਕਮਜ਼ੋਰ ਬੰਦੇ ਦੇ ਉੱਤੇ ਆਪਣਾ ਬਲ ਦੇ ਸਦਕਾ ਕੋਈ ਪਰਉਪਕਾਰ ਕਰਨਾ, ਤੇ ਦਇਆ ਹੈ। ਤੇ ਇਸ ਪ੍ਰਕਾਰ ਧਰਮ ਹੁੰਦਾ ਬੋਲੀਐ ਸੱਚ, ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਬਾਟ ਮੁਰੀਦਾਂ ਜੋਲੀਐ। ਧਰਮ ਸਵੈ ਧਰਮ ਦੇ ਅੰਦਰ ਪਰਪੱਕ ਹੋਣਾ ਅਤੇ ਆਪਣੇ ਗੁਰੂ ਦੀ ਸੇਵਾ ਕਰਨੀ, ਗੁਰੂ ਦਾ ਸਿਮਰਨ ਕਰਨਾ। ਇਹ ਸੁਪਨੰਤਰ ਨਾਹੀ। ਇਹ ਜਿਹੜੇ ਚੰਗੇ ਗੁਣ ਹਨ ਇਹ ਤਾਂ ਸੁਪਨਾਂਤਰ ਦਾ ਅਰਥ ਸੁਪਨੇ ਦੇ ਅੰਦਰ ਵੀ ਨਹੀਂ ਹਨ। ਸੁਪਨੇ ਵਿੱਚ ਤਾਂ ਹੀ ਆਉਣਗੇ ਜੇ ਬੰਦਾ ਕੋਈ ਜ਼ਿੰਦਗੀ ਵਿੱਚ ਇਹੋ ਜਿਹੇ ਕਰਮ ਕਰੇਗਾ। ਦੀਨ ਦਿਆਲ ਕਿਰਪਾਲ ਦਮੋਦਰ। ਇਹ ਦੀਨ ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਕਿਰਪਾ ਦੇ ਘਰ, ਤੇ ਦਮੋਦਰ ਦਾ ਅਰਥ ਭਗਤਾਂ ਦੀ ਪ੍ਰੇਮ ਦੀ ਰੱਸੀ ਵਿੱਚ ਬੰਨੇ ਜਾਣ ਵਾਲੇ ਪਰਮਾਤਮਾ ਜੀ। ਭਗਤ ਬਸ਼ਲ ਪੈ ਹਾਰੀ। ਤੁਸੀਂ ਆਪਣੇ ਭਗਤਾਂ ਦੇ ਪਿਆਰਿਆਂ ਦੇ ਬਛਲ ਕਹੀਏ ਪਿਆਰੇ ਹੋ। ਉਹਨਾਂ ਦੇ 7 ਤਰ੍ਹਾਂ ਦਾ ਭੈ ਜਿਹੜਾ ਡਰ ਹੈ, ਜਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ 7 ਤਰ੍ਹਾਂ ਦਾ ਭੈ ਡਰ ਉਹਨਾਂ ਦਾ ਹਰਨ ਵਾਲੇ ਹੋ। ਕਹਿਤ ਕਬੀਰ ਭੀਰ ਜਨ ਰਾਖੋ। ਕਬੀਰ ਭਗਤ ਜੀ ਕਹਿੰਦੇ ਪਰਮਾਤਮਾ ਜੀ ਉਹਨਾਂ ਸਾਧੂ ਮਹਾਤਮਾ ਦੀ ਭੀੜ ਇਕੱਠ ਵਿੱਚ, ਗੁਰੂ ਦੀ ਸਾਧ ਸੰਗਤ ਦੇ ਵਿੱਚ ਸਾਨੂੰ ਰਾਖੋ, ਰੱਖਣਾ ਕਰੋ। ਹਰ ਸੇਵਾ ਕਰੋ ਤੁਮਾਰੀ। ਜਿੱਥੇ ਸਤ ਸੰਗਤ ਵਿੱਚ ਜਾ ਕੇ ਜੁੜਾਂਗੇ ਸਾਡੇ ਵੀ ਸੰਸਕਾਰ ਐਸੇ ਬਣ ਜਾਣਗੇ, ਚੰਗੇ ਗੁਣ ਆ ਜਾਣਗੇ। ਹਰੀ ਪਰਮਾਤਮਾ ਫਿਰ ਤੁਹਾਡੀ ਸੇਵਾ ਕਰਨ ਦੇ ਯੋਗ ਸੇਵਕ ਬਣ ਜਾਵਾਂਗੇ। ਤੁਹਾਡਾ ਸੇਵਾ ਦਾ ਅਰਥ ਸਿਮਰਨ ਕਰਨ ਵਾਲੇ ਦਾਸ, ਸੇਵਕ, ਸਿੱਖ ਬਣ ਜਾਵਾਂਗੇ। ਐਸੀ ਸਾਡੇ ਤੇ ਕਿਰਪਾ ਕਰਨੀ ਕਰੋ। ਇਹ ਪਰਮ ਪਵਿੱਤਰ ਉਪਦੇਸ਼ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਦੇ ਪਾਵਨ ਸ੍ਰੀ ਮੁਖ ਵਾਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਕਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਦੀਨ ਦਿਆਲ ਕਿਰਪਾਲ ਦਮੋਦਰ, ਭਗਤ ਬਛਲ ਭੈ ਹਾਰੀ। ਕਹਿਤ ਕਬੀਰ ਭੀਰ ਜਨ ਰਾਖੋ, ਹਰ ਸੇਵਾ ਕਰੋ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।